ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਅੱਜ ਆਪਾਂ ਪੜ੍ਹਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ 11ਵੀਂ ਕਲਾਸ ਦੀ ਇੰਗਲਿਸ਼ ਦੀ ਬੁੱਕ ਤੇ ਉਹਦਾ 8ਵਾਂ ਚੈਪਟਰ नो टाइम फॉर फियर ਕਹਿਣ ਦਾ ਮਤਲਬ ਡਰ ਲਈ ਕੋਈ ਸਮਾਂ ਨਹੀਂ ਹੈ। ਤੇ ਅੱਜ ਆਪਾਂ ਇਸ ਚੈਪਟਰ ਦੇ ਵਿੱਚ ਕੁਐਸਚਨ ਆਨਸਰਸ ਡਿਸਕਸ ਕਰਾਂਗੇ। ਤਾਂ ਚਲੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਹੈਗੇ ਨੇ ਸ਼ਾਰਟ ਆਨਸਰ ਟਾਈਪ ਕੁਐਸਚਨਸ, ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਪਹਿਲਾ, ਹੂ ਵਰ ਮੈਲਕਮ ਐਂਡ ਬਾਬ? ਮੈਲਕਮ ਤੇ ਬਾਬ ਕੌਣ ਸੀ? Malcolm and Bob described in this story were two young Canadians, जवान Canadian सीगे, कनाडा दे निवासी सीगे। Malcolm जिहड़ा सी was a young boy of 19, 19 साल दा मुंडा सी, and Bob was his girlfriend. She was 18 years old, वो 18 साल दी सी। Bob and Malcolm loved each other very much, ते वो एक दूजे नूं बहुत प्यार करते सी। दूजा, where did they go on their date? वो अपनी डेट दे उत्ते कित्थे गए सी? Malcolm and Bob went on their date to Baloo Pass, 2050 meters up in the British Columbia's Glacier National Park. British Columbia ਦੇ Glacier National Park ਦੇ ਵਿੱਚ ਉਹ ਇੱਕ ਪਹਾੜੀ ਤੇ ਚੜੇ ਸੀ। Both of them had deep love for mountains. ਦੋਨਾਂ ਨੂੰ ਹੀ ਪਹਾੜਾਂ ਨਾਲ ਬਹੁਤ ਜ਼ਿਆਦਾ ਪਿਆਰ ਸੀ। ਅੱਗੇ, why were they forced to spend the night in a cabin? ਜਦੋਂ ਪਹਾੜੀ ਤੇ ਚੜ ਗਏ ਸੀ ਉਸੇ ਦਿਨ ਥੱਲੇ ਕਿਉਂ ਨਹੀਂ ਉਤਰੇ? ਉਸ ਦਿਨ ਰਾਤ ਨੂੰ ਉਹਨਾਂ ਨੂੰ ਉੱਥੇ ਕੈਬਿਨ ਦੇ ਵਿੱਚ ਰਹਿਣ ਲਈ ਕਿਉਂ ਮਜਬੂਰ ਹੋਣਾ ਪਿਆ? They had gone on a hike to Baloo Pass. ਉਹ ਇੱਕ ਹਾਈਕ ਦੇ ਉੱਤੇ ਯਾਨੀ ਚੜਨ ਗਏ ਸੀ ਬੱਲੂ ਪਾਸ ਤੇ। The climb up to the pass was smooth. ਜਦੋਂ ਉੱਤੇ ਜਾ ਰਹੇ ਸੀ ਤਾਂ ਆਸਾਨੀ ਸੀ। But when they reached the top, ਜਦੋਂ ਉੱਤੇ ਪਹੁੰਚ ਗਏ, they were caught in a freak snow flurry. ਕਹਿਣ ਦਾ ਮਤਲਬ ਉਹ ਇੱਕ ਭਿਆਨਕ ਸਨੋ ਦੇ ਵਿੱਚ ਫਸ ਗਏ ਸੀ। So they were compelled to spend the night in an alpine cabin. ਇਸੇ ਕਰਕੇ ਉਹਨਾਂ ਨੂੰ ਇੱਕ ਰਾਤ ਇੱਕ alpine cabin ਦੇ ਵਿੱਚ ਬਿਤਾਣੀ ਪਈ ਉੱਥੇ ਹੀ। ਅੱਗੇ ਅਗਲਾ ਸਵਾਲ ਹੈਗਾ, who attacked Bob? ਬਾਬ ਦੇ ਉੱਤੇ ਕਿਸਨੇ ਹਮਲਾ ਕੀਤਾ ਸੀ? When Malcolm and Bob were coming back after their trip to the Baloo Pass, suddenly a grizzly came over a ridge and attacked Bob. ਜਦੋਂ ਪਹਾੜੀ ਤੋਂ ਥੱਲੇ ਉਤਰ ਰਹੇ ਸੀ ਇੱਕ ਰਾਤ ਗੁਜ਼ਾਰ ਕੇ ਉੱਥੇ, ਤਾਂ ਅਚਾਨਕ ਤੇ ਨਹੀਂ, grizzly ਕਹਿਣ ਦਾ ਮਤਲਬ ਇੱਕ ਬੀਅਰ ਹੁੰਦਾ ਹੈ, ਠੀਕ ਹੈ, ਅਮਰੀਕਾ ਦੇ ਵਿੱਚ। ਤਾਂ ਅਚਾਨਕ ਇੱਕ ਰਿਚ ਨੇ ਉਹਨਾਂ ਤੇ ਹਮਲਾ ਕਰ ਦਿੱਤਾ, ਖਾਸ ਤੌਰ ਤੇ ਬਾਬ ਦੇ ਉੱਤੇ, ਠੀਕ ਹੈ। ਇਟ ਵਾਜ਼ ਅ ਸ਼ੀ ਬੀਅਰ ਕਹਿਣ ਦਾ ਮਤਲਬ ਇੱਕ ਆਪਾਂ ਕਹਿ ਸਕਦੇ ਫੀਮੇਲ ਬੀਅਰ ਸੀ। The grizzly stood on Bob's leg. ਉਹ ਬਾਬ ਦੀਆਂ ਲੱਤਾਂ ਤੇ ਖੜ ਗਿਆ ਸੀ ਉਹ ਜਿਹੜੀ ਬੀਅਰ ਸੀ, and started biting hard near the back of her neck. ਤੇ ਉਹ ਉਹਦੀ ਨੈਕ ਦੇ ਪਿੱਛੇ ਨਾ ਜਿਵੇਂ ਜਾਨਵਰਾਂ ਨੂੰ ਚੱਕਦੇ ਨੇ, ਉਹਨੇ ਬੀਅਰ ਨੇ ਲੱਤਾਂ ਤੇ ਖੜ ਕੇ ਕੁੜੀ ਦੇ ਉਹਦੇ ਨੈਕ ਦੇ ਪਿੱਛੇ ਹਮਲਾ ਕਰਨਾ ਸ਼ੁਰੂ ਕਰਤਾ ਸੀ, ਯਾਨੀ ਉਹਨੂੰ ਬਾਈਟ ਕਰਨਾ ਸ਼ੁਰੂ ਕਰਤਾ ਸੀ। ਅੱਗੇ, how did Malcolm try to save Bob from grizzly? ਮੈਲਕਮ ਜਿਹੜਾ ਮੁੰਡਾ ਉਹਨੇ ਆਪਣੀ ਗਰਲਫ੍ਰੈਂਡ ਨੂੰ ਕਿਵੇਂ ਬਚਾਉਣ ਦੀ ਕੋਸ਼ਿਸ਼ ਕੀਤੀ ਉਸ ਰਿਚ ਤੋਂ, ਉਸ ਫੀਮੇਲ ਬੀਅਰ ਤੋਂ? When Malcolm saw the grizzly standing on Bob's leg and ਇੱਥੇ ਨਾ ਨੋਇੰਗ ਹੈਗਾ, ਇਹ ਜੀ ਜਿਹੜਾ ਹੈ ਸਾਇਲੈਂਟ ਹੈ। ਨੋਇੰਗ ਦਾ ਮਤਲਬ ਇਹ ਜਦ ਕੋਈ ਹੱਡੀ ਨੂੰ ਨਾ ਆਪਣੇ ਦੰਦਾਂ ਨਾਲ ਬਾਈਟ ਕਰ ਰਿਹਾ ਹੁੰਦਾ ਉਹਨੂੰ ਆਪਾਂ ਨੋਇੰਗ ਕਹਿੰਦੇ ਹਾਂ, ਠੀਕ ਹੈ। ਨੋਇੰਗ ਦਾ ਮਤਲਬ ਇਹ ਵੀ ਹੁੰਦਾ ਹੈ ਜਦ ਤੁਸੀਂ ਕਿਸੇ ਨੂੰ ਬਹੁਤ ਜ਼ਿਆਦਾ ਡਰਾ ਦਿੰਦੇ ਹੋ, ਠੀਕ ਹੈ, ਕਾਫੀ ਲੰਬੇ ਸਮੇਂ ਲਈ, ਉਹਨੂੰ ਵੀ ਨੋਇੰਗ ਹੀ ਕਹਿੰਦੇ ਆ। ਪਰ ਇੱਥੇ ਦਾ ਮਤਲਬ ਇਹ ਹੈਗਾ ਵੀ ਉਹ ਜਿਹੜਾ ਰਿਚ ਸੀ ਉਹ ਬਾਪ ਦੀਆਂ ਲੱਤਾਂ ਤੇ ਖੜੀ ਸੀ ਤੇ ਨਾਲ ਦੀ ਨਾਲ ਉਹਦੀ ਨੈਕ ਨੂੰ ਵੱਢ ਰਹੀ ਸੀ। He realized that there was no time for fear. ਤਾਂ ਉਸ ਟਾਈਮ ਤੇ ਬਾਬ ਨੂੰ ਮੈਲਕਮ ਨੂੰ ਇਹ ਲੱਗਿਆ ਵੀ ਹੁਣ ਡਰਨ ਲਈ ਜਾਂ ਪਿੱਛੇ ਹਟਣ ਲਈ ਬਿਲਕੁਲ ਟਾਈਮ ਨਹੀਂ ਹੈ। So without losing a moment, ਇੱਕ ਸਮਾਂ ਵੀ ਗਵਾਏ ਬਿਨਾ he rushed at the grizzly. ਉਹ ਫਟਾਫਟ ਉਸ ਫੀਮੇਲ ਬੀਅਰ ਕੋਲ ਭੱਜਿਆ। To save Bob from the grizzly, Malcolm thrust his hunting knife into its neck. ਤੇ ਉਸ ਕੁੜੀ ਨੂੰ ਬਚਾਉਣ ਲਈ ਉਹਨੇ ਆਪਣਾ ਜਿਹੜਾ ਹੰਟਿੰਗ ਵਾਲਾ ਛੁਰਾ ਸੀ ਉਹ ਉਹਦੇ ਖੋਪਤਾ ਇੱਕ ਤਰੀਕੇ ਨਾਲ ਉਹਦੀ ਗਰਦਨ ਦੇ ਵਿੱਚ ਬੀਅਰ ਦੀ। ਅੱਗੇ ਚੱਲਦੇ ਹਾਂ, ਅਗਲਾ ਕੁਐਸਚਨ, why did grizzly leave ਮੈਲਕਮ? ਗ੍ਰਿਜ਼ਲੀ ਨੇ ਜਿਹੜੀ ਬੀਅਰ ਸੀ ਉਹਨੇ ਮੈਲਕਮ ਨੂੰ ਕਿਉਂ ਛੱਡਤਾ? ਉਹਦੇ ਉਹ ਤਾਂ ਜੀ ਰਿਹਾ ਸੀ। ਦੇਖੋ ਏਦਾਂ ਹੋਇਆ ਸੀ, when Malcolm attacked at grizzly and plunged his knife into her neck to save Bob. ਜਦ ਉਹਨੇ ਮੈਲਕਮ ਨੇ ਹਮਲਾ ਕੀਤਾ ਸੀ ਉਸ ਫੀਮੇਲ ਬੀਅਰ ਤੇ ਛੁਰੀ ਆਪਣੀ ਉਹਦੇ ਗਰਦਨ ਦੇ ਵਿੱਚ ਖੋਪ ਦਿੱਤੀ ਸੀ ਬਾਬ ਨੂੰ ਬਚਾਉਣ ਦੇ ਚੱਕਰ ਦੇ ਵਿੱਚ।
द ग्रिਜ਼ਲੀ एट वंस टर्न टू मैलकम, ਤਾਂ ग्रिਜ਼ਲੀ ਪਿੱਛੇ ਮੁੜ ਕੇ ਮੈਲਕਮ ਤੇ ਹਮਲਾ ਕਰਨ ਲਈ ਆ ਰਹੀ ਸੀ। ਇਟ ਗ੍ਰੈਬਡ ਮੈਲਕਮ ਵਿਦ ਬੋਥ ਹਰ ਪॉज, ਉਹਨੇ ਆਪਣੇ ਦੋਨਾਂ ਹੱਥਾਂ ਦੇ ਨਾਲ ਉਹਨੂੰ ਫੜ ਲਿਆ ਸੀ ਮੈਲਕਮ ਨੂੰ। ਉਸ ਸਮੇਂ ਮੈਲਕਮ ਸਟਾਪ ਸਟਰਗਲਿੰਗ, ਮਤਲਬ ਮੈਲਕਮ ਨੇ ਹੱਥ ਪੈਰ ਮਾਰਨੇ ਬੰਦ ਕਰ ਦਿੱਤੇ ਸੀ। ਤਾਂ ਫਿਰ ਗ੍ਰਿਜ਼ਲੀ ਨੂੰ ਇਹ ਲੱਗਿਆ ਕਿ ਉਹ ਮਰ ਚੁੱਕਿਆ। ਦ ਗ੍ਰਿਜ਼ਲੀ ਟੁਕ ਹਿਮ ਫॉर ਡੈਡ, ਵੀ ਉਹ ਮਰ ਗਿਆ। ਸੋ ਸ਼ੀ ਲੈਫਟ ਮੈਲਕਮ ਐਂਡ ਵੈਂਟ ਅਵੇ। ਇਹ ਕਹਾਣੀ ਤੁਸੀਂ ਸੁਣੀ ਹੋਣੀ ਵੀ ਬੀਅਰ ਅੱਗੇ ਐਕਟਿੰਗ ਕਰੋ ਵੀ ਤੁਸੀਂ ਮਰ ਗਏ ਹੋ, ਸਾਹ ਨਾ ਲਓ, ਤਾਂ ਉਹ ਚਲਾ ਜਾਂਦਾ ਸੁਣ ਕੇ। ਉਹੀ ਮੈਲਕਮ ਨੇ ਕੀਤਾ ਸੀ। What did Bob do when she saw Malcolm after the grizzly had gone? ਬਾਬ ਨੇ ਕੀ ਕੀਤਾ ਜਦ ਉਹਨੇ ਦੇਖਿਆ ਵੀ ਮੈਲਕਮ ਨੂੰ ਛੱਡ ਕੇ ਗ੍ਰਿਜ਼ਲੀ ਚਲੀ ਗਈ ਹੈ। When the grizzly had gone, ਜਦੋਂ ਬੀਅਰ ਚਲੀ ਗਈ ਸੀ, ਬਾਬ ਕੁੜੀ ਜਿਹੜੀ ਹੈ ਉਹ ਮੈਲਕਮ ਕੋਲ ਆਈ, came to Malcolm. She was deeply shocked to find Malcolm seriously wounded. ਉਹਨੂੰ ਬਹੁਤ ਜ਼ਿਆਦਾ ਮਤਲਬ ਟੈਨਸ਼ਨ ਹੋ ਗਈ ਸੀ ਇਹ ਦੇਖ ਕੇ ਵੀ ਮੈਲਕਮ ਨੂੰ ਸੱਚੀ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਸੀ। His face had been split, ਮਤਲਬ ਫੇਸ ਜਿਹੜਾ ਉਹ ਬਿਲਕੁਲ ਵਿੱਚੋਂ ਆਪਾਂ ਇਹ ਕਹਿ ਸਕਦੇ ਹਾਂ ਫਟ ਗਿਆ ਸੀ, ਠੀਕ ਹੈ। His one kneecap was torn off, ਜਿਹੜੀ ਹੱਡੀ ਹੁੰਦੀ ਹੈ ਜਿਹੜੀ ਆਪਾਂ ਕਹਿ ਸਕਦੇ ਹਾਂ ਗੋਡੇ ਦੇ ਉੱਤੇ ਜੋ ਕੈਪ ਹੁੰਦੀ ਹੈ ਉਹ ਵੀ ਹਿਲ ਚੁੱਕੀ ਸੀ, ਠੀਕ ਹੈ, ਛਿਲ ਚੁੱਕੀ ਸੀ। His front teeth were broken, ਅੱਗੇ ਵਾਲੇ ਦੰਦ ਟੁੱਟ ਚੁੱਕੇ ਸੀ। And his one eye was badly wounded, ਤੇ ਇੱਕ ਅੱਖ ਤੇ ਵੀ ਬਹੁਤ ਭਿਆਨਕ ਤਰੀਕੇ ਨਾਲ ਸੱਟ ਲੱਗੀ ਸੀ। Bob threw her coat on Malcolm and ran back towards the lodge to call for help. ਤੇ ਉਹਨੇ ਕੀ ਕੀਤਾ, ਆਪਣਾ ਕੋਟ ਮੈਲਕਮ ਤੇ ਸਿੱਟ ਦਿੱਤਾ ਤੇ ਫਟਾਫਟ ਵਾਪਸ ਉਹ ਮਦਦ ਲੈਣ ਦੇ ਲਈ ਦੌੜ ਗਈ ਉਸ ਲੌਜ ਦੇ ਵਿੱਚ, ਠੀਕ ਹੈ। ਅੱਗੇ, who was Gaudy Petio? What did he say to Malcolm? देखो गॉडी पेटियो कौन सी, वो एक वार्डन सी। He was also good friend of Malcolm, Malcolm ਦਾ ਵਧੀਆ ਦੋਸਤ ਵੀ ਸੀ। Gaudy Petio tried to cheer Malcolm, saying that he always felt exhausted while looking at him. ਤੇ ਉਹਨੂੰ ਨਾ ਮਤਲਬ ਇੱਕ ਤਰੀਕੇ ਨਾਲ ਚੀਅਰ ਅਪ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਕਹਿ ਰਿਹਾ ਸੀ ਤੈਨੂੰ ਇਦਾਂ ਉਦਾਸ ਦੇਖ ਦੇਖ ਕੇ ਆਪਣੀ ਹਾਲਤ ਤੇ ਵੀ ਮੈਨੂੰ ਵਧੀਆ ਨਹੀਂ ਲੱਗਦਾ, ਠੀਕ ਹੈ। ਤੇ ਉਹ ਵਾਰਡਨ ਸੀ, ਉਹਨੂੰ ਚੀਅਰ ਅਪ ਕਰ ਰਿਹਾ ਸੀ, ਹੌਸਲਾ ਅਫਜ਼ਾਈ ਕਰ ਰਿਹਾ ਸੀ। ਅੱਗੇ, who was Ned Claw? how did ਇੱਥੇ ਆਏਗਾ he help Malcolm, ਉਹਨੇ ਮੈਲਕਮ ਦੀ ਕਿਵੇਂ ਮਦਦ ਕੀਤੀ। ਦੇਖੋ Ned Claw, ਇਹ ਜ਼ਰੂਰੀ ਹੈਗਾ, was a first aid attendant, ਜਿਵੇਂ immediately help ਚਾਹੀਦੀ ਹੁੰਦੀ ਹੈ ਨਾ, ਤਾਂ ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ first aid ਕਰਨ ਵਾਲਾ ਬੰਦਾ ਸੀ। When Malcolm was badly wounded by the grizzly, Ned Claw came there with the rescuers. ਜਦ ਮੈਲਕਮ ਨੂੰ ਬੀਅਰ ਨੇ ਜਿਹੜੀ ਸੀ ਬਹੁਤ ਜ਼ਿਆਦਾ ਸੱਟਾਂ ਮਾਰੀਆਂ ਸੀ ਤਾਂ ਨੈਡ ਆਪਣੇ ਸਾਥੀਆਂ ਨਾਲ ਉਹਨੂੰ ਰੈਸਕਿਊ ਕਰਨ ਆਇਆ ਸੀ, ਉੱਥੋਂ ਬਚਾਉਣ ਆਇਆ ਸੀ, ਮਦਦ ਕਰਨ। ਹੀ ਰੈਪਡ ਮੈਲਕਮਸ ਫੇਸ, ਉਹਨੇ ਮੈਲਕਮ ਦਾ ਜਿਹੜਾ ਮੈਂ ਦੱਸਿਆ ਸੀ ਫੇਸ ਫਟ ਗਿਆ ਸੀ, ਉਹਨੂੰ ਰੈਪ ਕੀਤਾ। Then Ned strapped Malcolm in a stretcher and also sent a wireless message and arranged for a helicopter to take him to the hospital. ਤੇ ਫਿਰ ਉਹਨੇ ਨੈਡ ਨੇ ਮੈਲਕਮ ਨੂੰ ਇੱਕ ਸਟ੍ਰੈਚਰ, ਉਹ ਜਿਹੜਾ ਲੰਬੇ ਵਾਲਾ ਬੈੱਡ ਹੁੰਦਾ ਜਿਹਦੇ ਤੇ ਮਰੀਜ਼ਾਂ ਨੂੰ ਲੈ ਕੇ ਜਾਇਆ ਜਾਂਦਾ ਹੈ, ਉਹਦੇ ਤੇ ਉਹਨੂੰ ਬੰਨ ਦਿੱਤਾ, ਕਿਉਂਕਿ ਉਹ ਫੜ ਨਹੀਂ ਨਾ ਸਕਦਾ ਸੀ ਸਟ੍ਰੈਚਰ ਨੂੰ ਆਪ, ਉਹਨੂੰ ਬੰਨ ਦਿੱਤਾ ਤੇ ਇੱਕ ਵਾਇਰਲੈਸ ਮੈਸੇਜ ਵੀ ਭੇਜਿਆ ਕਿਉਂਕਿ ਉੱਥੇ ਸਿਗਨਲ ਨਹੀਂ ਸੀ, ਤਾਂ ਕਿ ਹੈਲੀਕਾਪਟਰ ਆਏ ਮਦਦ ਦੇ ਲਈ ਤੇ ਉਹਨੂੰ ਹਸਪੀਟਲ ਲੈ ਕੇ ਜਾਇਆ ਜਾ ਸਕੇ ਮੈਲਕਮ ਨੂੰ। What according to the doctor was like putting a jigsaw puzzle together, ਮਤਲਬ ਡਾਕਟਰ ਦੇ ਹਿਸਾਬ ਦੇ ਨਾਲ, ਡਾਕਟਰ ਦੇ ਅਨੁਸਾਰ ਜਿਵੇਂ ਜਿਗਸੋ ਪਜ਼ਲ ਨਹੀਂ ਹੁੰਦੀ, ਛੋਟੇ ਛੋਟੇ ਪੀਸਿਸ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਸਹੀ ਕਰਕੇ ਅਰੇਂਜ ਕਰਦੇ ਹੋ, ਇਕੱਠੇ ਕਰਕੇ ਫਿਰ ਇੱਕ ਵੱਡੀ ਜੀ ਪਿਕਚਰ ਬਣਦੀ ਹੈ, ਤੇ ਡਾਕਟਰ ਦੇ ਹਿਸਾਬ ਨਾਲ ਕਿਹੜੀ ਚੀਜ਼ ਉਹ ਜਿਗਸੋ ਪਜ਼ਲ ਵਰਗੀ ਸੀ। ਦੇਖੋ, according to the doctor, restoring Malcolm's face was like putting a jigsaw puzzle together. ਉਹਦਾ ਫੇਸ ਇੰਨਾ ਫਟ ਚੁੱਕਿਆ ਸੀ ਕਿ ਉਹਨੂੰ ਠੀਕ ਕਰਨਾ ਏਦਾਂ ਲੱਗ ਰਿਹਾ ਸੀ ਜਿਵੇਂ ਜਿਗਸੋ ਪਜ਼ਲ ਦੇ ਛੋਟੇ ਛੋਟੇ ਟੁਕੜਿਆਂ ਨੂੰ ਇਕੱਠੇ ਕਰਕੇ ਤੁਸੀਂ ਸਹੀ ਥਾਂ ਤੇ ਲਾ ਰਹੇ ਹੋ। Malcolm was seriously injured by Grizzly. Grizzly ਨੇ ਬੁਰੇ ਤਰੀਕੇ ਨਾਲ ਉਹਨੂੰ ਹਮਲਾ ਕਰਕੇ ਜ਼ਖਮੀ ਕੀਤਾ ਸੀ। There were several cuts on his face. Face ਤੇ ਬਹੁਤ ਸਾਰੀਆਂ ਸੱਟਾਂ, ਬਹੁਤ ਸਾਰੇ ਕੱਟ ਸੀਗੇ। His one eye was torn off. ਇੱਕ ਅੱਖ ਹੀ ਬਾਹਰ ਮਤਲਬ ਇੱਕ ਤਰੀਕੇ ਨਾਲ ਕੱਢੀ ਹੋਈ ਸੀ, ਹੈ ਨਾ। This was the reason that the doctor said that restoring Malcolm's face was like putting a jigsaw puzzle together. ਇਸੇ ਕਰਕੇ ਡਾਕਟਰ ਨੇ ਕਿਹਾ ਵੀ ਇਹਨੂੰ ਠੀਕ ਕਰਨਾ would be like ਕਿ ਤੁਸੀਂ jigsaw puzzle ਦੇ ਛੋਟੇ ਛੋਟੇ ਹਿੱਸਿਆਂ ਨੂੰ ਸਹੀ ਕਰਕੇ ਲਾ ਰਹੇ। ਅੱਗੇ, what made Malcolm almost sick? ਕਿਹੜੀ ਚੀਜ਼ ਨੇ ਮੈਲਕਮ ਨੂੰ ਹੋਰ ਬਿਮਾਰ ਕਰਤਾ, ਹੋਰ ਜ਼ਿਆਦਾ ਆਪਾਂ ਕਹਿ ਸਕਦੇ ਇੱਕ ਤਰੀਕੇ ਨਾਲ ਦੁਖੀ ਕਰ ਦਿੱਤਾ। ਹੋਇਆ ਕੀ ਸੀ? When Malcolm looked at himself in the mirror, he saw that he had become very ugly.
जद उन्हें अपने आप ਨੂੰ ਸ਼ੀਸ਼ੇ ਵਿੱਚ ਦੇਖਿਆ ਮੈਲਕਮ ਨੇ ਤਾਂ ਉਹਨੇ ਮਹਿਸੂਸ ਕੀਤਾ ਕਿ ਯਾਰ ਉਹ ਤਾਂ ਬਹੁਤ ਭਿਆਨਕ ਲੱਗ ਰਿਹਾ, ਕਿਉਂਕਿ ਇੰਨੀਆਂ ਸੱਟਾਂ ਲੱਗੀਆਂ ਸੀ, ਫਿਰ ਠੀਕ ਹੋਇਆ ਸੀ, ਉਹ ਸੁੰਦਰਤਾ ਨਹੀਂ ਨਾ ਰਹੀ। His face was disfigured and horribly ugly, मतलब ਦੇਖਣ ਨੂੰ ਉਹਦਾ ਚਿਹਰਾ ਬਹੁਤ ਮਾੜਾ ਲੱਗ ਰਿਹਾ ਸੀ, ਕੋਈ ਪਾਰਟ ਕਿਤੇ ਕੋਈ ਕਿਤੇ ਉਬੜ ਖਾਬੜ ਜਿਹਾ, मतलब ਚੰਗਾ ਨਹੀਂ ਲੱਗ ਰਿਹਾ ਸੀ। He had no hair left, ਸਿਰ ਤੇ ਬਾਲ ਨਹੀਂ ਬਚੇ ਸੀ। Thick scars crisscrossed one side of his face, मतलब face ਦੇ ਇੱਕ ਸਾਈਡ ਤੇ मतलब ਮੋਟੇ-ਮੋਟੇ ਜਿਵੇਂ ਕੱਟ ਵੱਜੇ ਹੁੰਦੇ ਉਹ ਦਿਖਾਈ ਦੇ ਰਹੇ ਸੀ। His skin was puffy and ugly, shiny red, मतलब ਜਿਵੇਂ ਜ਼ਖਮ ਦੇ ਬਾਅਦ ਰੈਡ ਕਲਰ ਦੀ ਸਕਿਨ ਨਹੀਂ ਹੋ ਜਾਂਦੀ ਸੱਟਾਂ ਲੱਗਣ ਤੋਂ ਬਾਅਦ, ਉਹੋ ਜੀ ਸਕਿਨ ਹੋ ਗਈ ਸੀ, ਫਟੀ ਹੋਈ, ਸੱਟਾਂ ਲੱਗੀਆਂ ਹੋਈਆਂ। All this made him almost sick, ਆ ਸਭ ਦੇਖ ਕੇ ਉਹ ਹੋਰ मतलब ਆਪਣੇ ਆਪ ਨੂੰ ਬਿਮਾਰ, ਹਿੰਮਤ ਹਾਰਿਆ ਹੋਇਆ ਮਹਿਸੂਸ ਕਰ ਰਿਹਾ ਸੀ। ਅੱਗੇ why did he ignore Bab's letter? ਹੁਣ ਮੈਲਕਮ ਜਦ ਹਸਪਤਾਲ ਸੀ ਤਾਂ ਬਾਬ ਜਿਹੜੀ ਸੀ ਉਹਨੂੰ ਚਿੱਠੀਆਂ ਲਿਖ ਰਹੀ ਸੀ, ਪਰ ਮੈਲਕਮ ਉਹਦੀਆਂ ਚਿੱਠੀਆਂ ਨੂੰ ਇਗਨੋਰ ਕਿਉਂ ਕਰ ਰਿਹਾ ਸੀ? ਇਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਆਫਟਰ ਹਿਸ ਇਨਕਾਊਂਟਰ ਵਿਦ ਦ ਗਲਿਜ਼ਲੀ, ਉਹ ਬੀਅਰ ਦੇ ਨਾਲ ਜਦ ਸਾਹਮਣਾ ਹੋਇਆ ਉਸ ਤੋਂ ਬਾਅਦ ਮੈਲਕਮ ਵਾਸ ਰੈਸਕਿਊਡ ਐਂਡ ਟੇਕਨ ਟੂ ਦ ਹਸਪੀਟਲ, ਉਹਨੂੰ ਹਸਪੀਟਲ ਲੈ ਕੇ ਜਾਇਆ ਗਿਆ ਸੀ। ਹੀ ਹੈਡ no hair left on his head, ਹੁਣ ਉੱਥੇ ਜਦ ਉਹਦਾ ਆਪਰੇਸ਼ਨ ਹੋਇਆ ਉਹਦੇ ਵਿੱਚ ਉਹਦੇ ਸਿਰ ਤੇ ਬਾਲ ਨਹੀਂ ਬਚੇ ਸੀ। His face was a crisscross of scars, मतलब face ਦੇ ਇੱਕ ਸਾਈਡ ਤੇ ਬਹੁਤ ਜ਼ਿਆਦਾ ਜ਼ਖਮ ਸੀਗੇ। His skin was puffy, ਜੋ ਆਪਾਂ ਪਿਛਲੇ ਆਨਸਰ ਵਿੱਚ ਪੜਿਆ ਵੀ ਸਕਿਨ ਥੋੜੀ ਬਾਹਰ ਨਿਕਲ ਗਈ ਸੀ ਜ਼ਖਮਾਂ ਕਰਕੇ ਨਾ, ਫੁੱਲ ਗਈ ਸੀ। It was ugly shiny red, मतलब ਭਿਆਨਕ ਤਰੀਕੇ ਨਾਲ ਜਿਹੜੀ ਜ਼ਖਮ ਵਾਲੀ ਸਕਿਨ ਹੁੰਦੀ ਹੈ ਉਹੋ ਜੀ ਦਿਖਾਈ ਦੇ ਰਹੀ ਸੀ। This was the reason why he ignored Bab's letter, ਆਪਣੀ ਸ਼ਕਲ ਦੇਖ ਕੇ, ਆਪਣੀ ਹਾਲਤ ਦੇਖ ਕੇ ਉਹਨੂੰ ਸ਼ਰਮ ਜੀ ਆਈ, ਬੁਰਾ ਲੱਗਿਆ ਤੇ ਉਹਨੇ ਉਸ ਕੁੜੀ ਦੀਆਂ ਚਿੱਠੀਆਂ ਨੂੰ ਇਗਨੋਰ ਕਰਤਾ। He thought that she couldn't love an ugly person like him, ਤੇ ਉਹਨੂੰ ਇਹ ਲੱਗਿਆ ਵੀ ਉਹ ਕੁੜੀ ਇੱਕ ਇਹੋ ਜਿਹੇ ਬੰਦੇ ਨੂੰ ਥੋੜੀ ਪਿਆਰ ਕਰ ਸਕਦੀ ਹੈ। ਹੁਣ ਅੱਗੇ Bob wrote to Malcolm, it's a leap year, what is the significance of this term? ਬਾਬ ਨੇ ਮੈਲਕਮ ਨੂੰ ਚਿੱਠੀ ਲਿਖੀ ਤੇ ਉਹਦੇ ਵਿੱਚ ਲਿਖਿਆ ਵੀ ਇਹ ਜਿਹੜਾ ਹੈ ਲੀਪ ਈਅਰ ਹੈਗਾ, ਇਹਦੇ ਵਿੱਚ ਇਹ ਜਿਹੜਾ ਲੀਪ ਈਅਰ ਹੈਗਾ ਇਹਦਾ ਕੀ ਮਤਲਬ ਹੈਗਾ। ਠੀਕ ਹੈ, ਪਹਿਲਾਂ ਮੈਨੂੰ ਇਹ ਦੱਸਿਓ ਵੀ ਲੀਪ ਈਅਰ ਜਿਹੜਾ ਹੈਗਾ ਉਹ ਸਪੈਸ਼ਲ ਕਿਉਂ ਹੁੰਦਾ, ਉਹਦੇ ਵਿੱਚ ਕਿੰਨੇ ਦਿਨ ਹੁੰਦੇ ਨੇ, ਇਹ ਗੱਲਾਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਹੁਣ ਆਨਸਰ ਪੜ੍ਹਦੇ ਹਾਂ। It refers to an old custom, एक पुरानी रीत ਦੇ ਹਿਸਾਬ ਨਾਲ ਕਿਹਾ ਗਿਆ ਹੈ। In a leap year, if a woman proposed to a man, he had to accept it unless he was already engaged, मतलब ਇੱਕ ਰੀਤੀ ਹੈਗੀ ਹੈ, ਰਿਵਾਜ ਹੈਗਾ ਵੀ ਲੀਪ ਈਅਰ ਦੇ ਵਿੱਚ ਜੇ ਕੁੜੀ ਪ੍ਰਪੋਜ਼ ਕਰਦੀ ਹੈ ਮੁੰਡੇ ਨੂੰ ਤਾਂ ਉਹਨੂੰ ਐਕਸੈਪਟ ਕਰਨਾ ਪੈਂਦਾ ਹੈ, ਹਾਂ ਕਹਿਣੀ ਪੈਂਦੀ ਹੈ। ਬਕਾਇਦਾ ਇਹ ਧਿਆਨ ਰੱਖਿਆ ਜਾਂਦਾ ਵੀ ਮੁੰਡਾ ਪਹਿਲਾਂ ਤੋਂ ਇੰਗੇਜ ਨਾ ਹੋਏ, ਵਿਆਹਿਆ ਹੋਇਆ ਨਾ ਹੋਏ। ਠੀਕ ਹੈ, ਬਾਬ sent her marriage proposal to Malcolm in 1972, ਤੇ ਇਸੇ ਕਰਕੇ ਉਹਨੂੰ ਵਿਆਹ ਦਾ ਪ੍ਰਪੋਜ਼ਲ ਮੁੰਡੇ ਨੂੰ ਭੇਜਿਆ ਉਹਨੇ 1972 ਦੇ ਵਿੱਚ, ਜੋ ਇੱਕ ਲੀਪ ਈਅਰ ਸੀ। She wanted to draw his attention to the leap year because she sincerely wished him to accept her proposal, ਤੇ ਉਹ ਖਾਸ ਕਰਕੇ ਇਸ ਕਰਕੇ ਕਹਿ ਰਹੀ ਸੀ ਕਿਉਂਕਿ ਉਹ ਚਾਹੁੰਦੀ ਸੀ ਵੀ ਜਿਹੜਾ ਮੈਲਕਮ ਹੈਗਾ ਉਹ ਉਹਦਾ ਪ੍ਰਪੋਜ਼ਲ ਐਕਸੈਪਟ ਕਰ ਲੇ। ਅੱਗੇ when did they get married, ਉਹਨਾਂ ਦਾ ਵਿਆਹ ਕਦੋਂ ਹੋਇਆ? They got married on 21st July 1973, ਅਗਲੇ ਸਾਲ। Why did Bob marry Malcolm? ਬਾਬ ਨੇ ਮੈਰੀ ਕਿਉਂ ਕੀਤਾ, ਵਿਆਹ ਕਿਉਂ ਕੀਤਾ ਮੈਲਕਮ ਦੇ ਨਾਲ? ਦੇਖੋ ਉਹ ਇੰਨਾ ਜ਼ਖਮੀ ਸੀ ਪਰ ਫਿਰ ਵੀ ਉਹਨੂੰ ਪਿਆਰ ਕਰਦੀ ਸੀ। ਬਾਬ truly loved Malcolm very much, ਉਹਨੂੰ ਬਹੁਤ ਪਿਆਰ ਕਰਦੀ ਸੀ। Her love for him was not physical but spiritual, ਕਹਿਣ ਦਾ ਮਤਲਬ ਉਹ ਜਿਹੜਾ ਪਿਆਰ ਸੀ ਉਹ ਸਰੀਰ ਨਾਲ ਨਹੀਂ ਸੀ, ਉਹ ਅੰਦਰਲੀ ਜਿਹੜੀ ਰੂਹ ਸੀ ਨਾ ਉਹ ਉਹਦੇ ਨਾਲ ਪਿਆਰ ਕਰਦੀ ਸੀ। She did not love him for his looks, ਉਹਨੂੰ ਉਹਦੀ ਲੁਕਸ ਕਰਕੇ ਉਹ ਕਿਦਾਂ ਦਾ ਦਿਖਾਈ ਦਿੰਦਾ ਹੈ, ਠੀਕ ਹੈ, ਉਹਦੇ ਕਰਕੇ ਪਿਆਰ ਨਹੀਂ ਕਰਦੀ ਸੀ। She could not reject or dislike her Malcolm for his disfigured face, मतलब ਉਹ ਆਪਣੇ ਪਿਆਰ ਨੂੰ ਮੈਲਕਮ ਨੂੰ ਉਸਦੇ ਵਿਗੜੇ ਹੋਏ ਚਿਹਰੇ ਲਈ ਮਨਾ ਨਹੀਂ ਕਰ ਸਕਦੀ ਸੀ ਵੀ ਹੁਣ ਮੈਂ ਤੈਨੂੰ ਪਿਆਰ ਨਹੀਂ ਕਰਦੀ। She loved Malcolm before the accident and would always love him, मतलब ਉਹ ਹਾਦਸਾ ਹੋਣ ਤੋਂ ਪਹਿਲਾਂ ਵੀ ਉਹਨੂੰ ਪਿਆਰ ਕਰਦੀ ਸੀ ਤੇ ਅੱਗੇ ਵੀ ਪਿਆਰ ਕਰਦੀ ਰਹੂਗੀ। Scars don't change a man, she said, ਉਹ ਕਹਿੰਦੀ ਇਹ ਜਿਹੜੇ ਦਾਗ ਹੈਗੇ ਨੇ ਬੰਦੇ ਨੂੰ ਨਹੀਂ ਚੇਂਜ ਕਰਦੇ, ਬੰਦਾ ਉਦਾਂ ਹੀ ਰਹਿੰਦਾ ਹੈ, ਬਾਹਰ ਦੀ ਲੁੱਕ ਹੈਗੀ ਹੈ। ਅੱਗੇ ਹੈਗਾ ਲੌਂਗ ਆਨਸਰ ਟਾਈਪ ਕੁਐਸਚਨ, ਜਿਹਦੇ ਵਿੱਚ ਪਹਿਲਾ ਕੁਐਸਚਨ ਹੈਗਾ ਹਾਊ ਡਿਡ ਦ ਗਲਿਜ਼ਲੀ ਇੰਜਰ ਮੈਲਕਮ, ਗਲਿਜ਼ਲੀ ਜੋ ਕਿ ਫੀਮੇਲ ਬੀਅਰ ਸੀ ਉਹਨੇ ਮੈਲਕਮ ਨੂੰ ਕਿਵੇਂ ਜ਼ਖਮੀ ਕੀਤਾ? The grizzly threw Malcolm off with one swat of her paw, ਉਹਨੇ ਆਪਣੇ ਪੰਜੇ ਦੇ ਨਾਲ ਉਹਨੂੰ ਝਟਕਾ ਦੇ ਕੇ ਪਹਿਲਾਂ ਤਾਂ ਪਰੇ ਕੀਤਾ। Malcolm went blank for a moment, ਇਹ ਦੇਖ ਕੇ ਮੈਲਕਮ ਇੱਕ ਪਲ ਦੇ ਲਈ ਬਿਲਕੁਲ
मतलब ਹੁੰਦਾ ਨਾ ਵੀ ਹੋਸ਼ ਉੱਡ ਜਾਂਦਾ, ਉਹ ਹੋ ਗਿਆ। then Glizzly attacked Barb, ਉਸ ਤੋਂ ਬਾਅਦ ਉਹਨੇ ਬਾਰਬ, ਉਹ ਕੁੜੀ ਤੇ ਅਟੈਕ ਕੀਤਾ। she stood on Barb's leg and started biting hard near the back of Barb's neck, ਪਹਿਲਾਂ ਉਹਦੀ ਕੁੜੀ ਦੀਆਂ ਲੱਤਾਂ ਤੇ ਖੜੀ ਹੋ ਗਈ ਫੀਮੇਲ ਬੀਅਰ, ਫਿਰ ਉਹਨੂੰ ਪਿੱਛੋਂ ਬਾਈਟ ਕਰਨਾ ਸ਼ੁਰੂ ਕਰਤਾ, ਮਤਲਬ ਦੰਦੀਆਂ ਮਾਰਨੀਆਂ ਸ਼ੁਰੂ ਕਰਤੀਆਂ ਉਹਦੇ ਨੈਕ ਤੋਂ। when Malcolm saw this he realized there was no time for fear, ਆ ਦੇਖ ਕੇ ਮੈਲਕਮ ਨੂੰ ਲੱਗਿਆ ਵੀ ਹੁਣ ਡਰਨ ਦਾ ਟਾਈਮ ਗਿਆ। So without losing a moment, he rushed at the Grizzly and plunged his hunting knife into her neck. ਤੇ ਇਹ ਦੇਖ ਕੇ ਉਹ ਫਟਾਫਟ ਆਪਣਾ ਛੁਰਾ ਕੱਢਿਆ ਉਹਨੇ hunting knife, ਤੇ ਉਹਨੇ ਜਾ ਕੇ ਬੀਅਰ ਦੇ ਨੈਕ ਦੇ ਵਿੱਚ, ਗਰਦਨ ਦੇ ਵਿੱਚ ਆਪਣਾ hunting knife ਵਾੜ ਦਿੱਤਾ। The Grizzly at once twisted her head so powerfully that Malcolm's right wrist was broken. ਹੁਣ ਜਿਹੜੀ ਉਹ ਬੀਅਰ ਸੀ ਉਹਨੇ ਇੱਕਦਮ ਇਦਾਂ ਕਰਕੇ ਰਿਐਕਸ਼ਨ ਦਿੱਤਾ, ਮੁੜੀ ਬਹੁਤ ਜ਼ੋਰ ਦੇ ਨਾਲ ਕਿ ਮੈਲਕਮ ਜਦ ਪਿੱਛੇ ਗਿਆ ਤਾਂ ਉਹਦਾ ਜਿਹੜਾ ਰਾਈਟ ਰਿਸਟ ਸੀ, ਕਹਿਣ ਦਾ ਮਤਲਬ ਵੀ ਉਹਦਾ ਗੁੱਟ ਜਿਹੜਾ ਸੀ ਸੱਜਾ, ਉਹ ਟੁੱਟ ਗਿਆ। then the Grizzly caught Malcolm in her paws, ਉਸ ਤੋਂ ਬਾਅਦ ਉਹਨੇ ਕਿਹਾ ਵੀ ਬਾਰਬ ਨੂੰ ਤਾਂ ਬਾਅਦ ਚ ਦੇਖਦੀ ਆ, ਤੂੰ ਆ ਜਾ। ਉਹਨੇ ਆਪਣੇ ਪੰਜਿਆਂ ਨਾਲ ਉਹਨੂੰ ਫੜ ਲਿਆ and squeezing him tightly, ਉਹਨੂੰ ਜ਼ੋਰ ਦੀ ਦਬਾਇਆ ਦੋਨੋਂ ਪੰਜਿਆਂ ਦੇ ਨਾਲ ਫੜ ਕੇ। The Grizzly gave Malcolm such a blow that his scalp along with the hair had gone like a wig, ਮਤਲਬ ਉਹਨੇ ਇੰਨੀ ਜ਼ੋਰ ਦੀ ਦਬਾਇਆ ਕਿ ਉਹਦਾ ਜਿਹੜਾ ਸਕੈਲਪ ਸੀ, ਕਹਿਣ ਦਾ ਮਤਲਬ ਝਟਕਾ ਇੰਨਾ ਜ਼ੋਰ ਦੀ ਦਿੱਤਾ ਤੇ ਵਾਲਾਂ ਦੇ ਨਾਲ ਨਾਲ ਉਹਦੀ ਜਿਹੜੀ ਖੋਪੜੀ ਸੀ ਏਦਾਂ ਲੱਗ ਰਿਹਾ ਸੀ ਵੀ ਵਿਗ ਦੇ ਵਾਂਗ ਬਾਹਰ ਨੂੰ ਨਿਕਲ ਗਈ। The Grizzly mauled his face very badly, ਤੇ ਉਹਨੇ ਉਹਦੇ ਜਿਹੜਾ ਫੇਸ ਸੀਗਾ ਉਹਨੂੰ ਵੀ ਬੁਰੀ ਹਾਲਤ ਦੇ ਵਿੱਚ ਕਰ ਦਿੱਤਾ ਸੀ, ਕਹਿਣ ਦਾ ਮਤਲਬ ਇਹ ਅਟੈਕ ਕਰ ਦਿੱਤਾ, ਮੋਲ ਦਾ ਮਤਲਬ, ਠੀਕ ਹੈ, ਅਟੈਕ ਕਰਨਾ, ਤੁਸੀਂ ਇੱਥੇ ਲਿਖ ਸਕਦੇ ਹੋ ਅਟੈਕ। Malcolm's face had been split, ਜਿਹਦੇ ਕਰਕੇ ਉਹਦਾ ਫੇਸ ਜਿਹੜਾ ਸੀ ਫਟ ਗਿਆ ਸੀ। his front teeth were broken and one of his eyes was torn off, ਮਤਲਬ ਅੱਗੇ ਵਾਲੇ ਦੰਦ ਵੀ ਟੁੱਟ ਗਏ ਸੀ ਤੇ ਇੱਕ ਅੱਖ ਵੀ ਜ਼ਖਮੀ ਹੋ ਗਈ ਸੀ। ਅੱਗੇ describe in brief Malcolm's treatment in the hospital after the attack of the Grizzly, ਬੀਅਰ ਦੇ ਅਟੈਕ ਤੋਂ ਬਾਅਦ ਹਸਪਤਾਲ ਦੇ ਵਿੱਚ ਉਹਦਾ ਜਿਹੜਾ ਟ੍ਰੀਟਮੈਂਟ ਹੋਇਆ ਉਹਦੇ ਬਾਰੇ ਤੁਸੀਂ ਸੰਖੇਪ ਵਿੱਚ ਜਾਣਕਾਰੀ ਦੇਣੀ ਹੈ। ਦੇਖੋ, when the Grizzly left Malcolm and went away, Barb came to him and saw him lying in a serious condition. ਜਦ Grizzly ਉਹਨੂੰ ਛੱਡ ਕੇ ਚਲੇ ਗਈ ਸੀ ਤਾਂ ਬਾਬ ਉਹਦੇ ਕੋਲ ਆਈ ਮੈਲਕਮ ਕੋਲ, ਤੇ ਉਹਨੇ ਆ ਕੇ ਦੇਖਿਆ ਵੀ ਇਹ ਬਹੁਤ ਜ਼ਖਮੀ ਹਾਲਤ ਦੇ ਵਿੱਚ ਇੱਥੇ ਲੇਟਿਆ ਹੋਇਆ ਤੇ ਇਹਨੂੰ ਬਹੁਤ ਸੱਟ ਲੱਗੀ ਹੈ। She ran back to the lodge for help, ਇਸੇ ਕਰਕੇ ਉਹ ਕਮਰੇ ਵਿੱਚ ਵਾਪਸ ਭੱਜੀ ਹੈਲਪ ਲੈਣ ਦੇ ਲਈ। Soon the rescuers reached there, ਤੇ ਉੱਥੇ ਜਿਹੜੇ ਉਹਨੂੰ ਬਚਾਉਣ ਵਾਲੇ ਸੀ ਉੱਥੇ ਪਹੁੰਚ ਗਏ। Ned Claw, the first aid attendant, wrapped Malcolm's face and the chewed gashes on his legs in gauze, ਕਹਿਣ ਦਾ ਮਤਲਬ ਇਹ ਹੈ ਵੀ ਉਹਨੇ ਜਿਹੜੇ ਵੀ ਜੋ ਵੀ ਹਿੱਸਾ ਉਹਦਾ ਬਾਹਰ ਨਿਕਲਿਆ ਹੋਇਆ ਸੀ ਬੋਡੀ ਦਾ, ਉਹਦਾ ਫੇਸ ਜਿਵੇਂ ਸਪਲਿਟ ਹੋ ਗਿਆ ਸੀ ਅੰਦਰੋਂ, ਹੈ ਨਾ, ਉਹਨੂੰ ਬੰਨਿਆ ਤੇ ਉਹਨੂੰ ਮਤਲਬ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਉਹਦੇ ਬੋਡੀ ਪਾਰਟਸ ਨੂੰ। then rescuers strapped him in a stretcher, ਉਸ ਤੋਂ ਬਾਅਦ ਉਹਨੂੰ ਸਟ੍ਰੈਚਰ ਤੇ ਬੰਨ ਦਿੱਤਾ। then they sent a wireless message and arranged for a helicopter, ਤੇ wireless message ਭੇਜ ਕੇ ਹੈਲੀਕਾਪਟਰ ਅਰੇਂਜ ਕਰਾਇਆ ਵੀ ਉਹਨੂੰ ਲੈ ਕੇ ਜਾਣਾ ਪਏਗਾ, ਉਹ ਆਪ ਤਾਂ ਉਤਰ ਨਹੀਂ ਸਕਦਾ। Malcolm was taken to Queen Victoria Hospital in Revelstoke, ਉਹ ਇਸ ਹਸਪੀਟਲ ਦੇ ਵਿੱਚ ਉਹਨੂੰ ਲੈ ਕੇ ਗਏ। An emergency operation lasting 7 hours was performed on him, ਮਤਲਬ ਉਹਦੇ ਤੇ emergency operation ਕੀਤਾ ਗਿਆ, ਉਹ ਵੀ 7 ਘੰਟੇ ਲੱਗੇ ਉਸ ਆਪਰੇਸ਼ਨ ਦੇ ਵਿੱਚ। More than 1000 stitches were put on his body, ਮਤਲਬ ਬੋਡੀ ਨੂੰ ਇਕੱਠਾ ਕਰਨ ਦੇ ਲਈ 1000 stitches ਲੱਗੇ। Then he was taken to a hospital in his hometown Edmonton, ਉਸ ਤੋਂ ਬਾਅਦ ਉਹ ਆਪਣੇ ਜਿੱਥੇ ਉਹ ਰਹਿੰਦਾ ਸੀ, ਠੀਕ ਹੈ, ਰੈਵਲਸਟੋਕ ਤੋਂ ਬਾਅਦ ਉਹਨੂੰ ਐਡਮਿੰਟਨ ਉਹਦੇ ਹੋਮ ਸ਼ਹਿਰ ਦੇ ਵਿੱਚ ਜਿਹੜਾ ਹਸਪਤਾਲ ਹੈਗਾ ਉੱਥੇ ਲੈ ਕੇ ਜਾਇਆ ਗਿਆ। Here 41 skin graft operations were done on him, skin graft ਦਾ ਮਤਲਬ ਇਹ ਹੈਗਾ 41 operations ਹੋਏ ਵੀ ਇੱਕ ਪਾਸੇ ਉਹ ਸਕਿਨ ਲੈ ਕੇ ਕਿਤੇ ਹੋਰ ਲਾਈ ਗਈ, ਠੀਕ ਹੈ, ਕਿਉਂਕਿ ਫਟ ਗਈ ਸੀ ਨਾ ਸਕਿਨ, ਉਦਾਂ 41 ਆਪਰੇਸ਼ਨ ਹੋਏ, 1000 ਸਟਿਚਸ ਲੱਗੇ। ਤੁਸੀਂ ਸੋਚੋ, the doctors assured him that he would look fine after the grafts were finished and the bandages were removed, ਤੇ ਡਾਕਟਰਸ ਨੇ ਉਹਨਾਂ ਨੂੰ ਤਸੱਲੀ ਦਿੱਤੀ ਮੈਲਕਮ ਨੂੰ ਵੀ ਜਦ ਇਹ ਸਟਿਚਸ ਮਤਲਬ ਪੂਰੇ ਠੀਕ ਹੋ ਜਾਣਗੇ, ਬੈਂਡੇजेस ਹਟ ਜਾਣਗੀਆਂ ਤਾਂ ਤੁਸੀਂ ਠੀਕ ਲੱਗਣੇ ਸ਼ੁਰੂ ਹੋ ਜਾਓਗੇ, ਫਿਕਰ ਨਾ ਕਰੋ। आगे
Why did Bob continue writing letters to Malcolm? ਇੰਨਾ ਹੋਣ ਤੋਂ ਬਾਅਦ, ਉਹਨੂੰ ਇੰਨੀ ਇੰਜਰੀ ਲੱਗਣ ਤੋਂ ਬਾਅਦ ਵੀ ਬਾਰਬ ਜਿਹੜੀ ਹੈਗੀ ਉਹ ਹਟੀ ਕਿਉਂ ਨਹੀਂ? ਉਹਨੇ ਕੰਟੀਨਿਊਸਲੀ ਚਿੱਠੀਆਂ ਕਿਉਂ ਲਿਖੀਆਂ ਮੈਲਕਮ ਨੂੰ? After his encounter with the grizzly, Malcolm was rescued to a freak. मतलब ਉਹਨੂੰ ਬਚਾ ਲਿਆ ਗਿਆ ਮੈਲਕਮ ਨੂੰ. He had no hair on his head. ਜਿਵੇਂ ਮੈਂ ਪਹਿਲਾਂ ਦੱਸਿਆ, ਸਿਰ ਤੇ ਬਾਲ ਨਹੀਂ ਬਚੇ ਸੀ. His face was a crisscross of scars. ਮੂੰਹ ਤੇ ਬਹੁਤ ਸਾਰੀਆਂ ਸੱਟਾਂ ਜ਼ਖਮ ਸੀਗੇ. His skin had become ugly shiny red. मतलब ਚਮੜੀ ਜਿਹੜੀ ਸੀ, skin ਜਿਹੜੀ ਸੀ shiny red ਹੋ ਗਈ ਸੀ. When Malcolm discovered that he had become very ugly, he started ignoring Bob's letter. ਤੇ ਜਦ ਉਹਨੇ ਮੈਲਕਮ ਨੇ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖਿਆ ਵੀ ਹੁਣ ਮੈਂ ਸੋਹਣਾ ਨਹੀਂ ਲੱਗ ਰਿਹਾ, ਮੇਰੀ ਕਿਹੇ ਦੀ ਸ਼ਕਲ ਹੋ ਗਈ ਤੇ ਹੁਣ ਮੈਨੂੰ ਕੌਣ ਪਿਆਰ ਕਰੇਗਾ, ਹੈ ਨਾ, ਇਹ ਖਿਆਲ ਉਹਦੇ ਦਿਮਾਗ ਵਿੱਚ ਆਇਆ ਤੇ ਉਹਨੇ ਉਹਦੀ ਚਿੱਠੀਆਂ ਇਗਨੋਰ ਕਰਨੀਆਂ ਸ਼ੁਰੂ ਕਰਤੀਆਂ. He thought that Bob could not love an ugly person like him. ਤੇ ਉਹਨੂੰ ਲੱਗਿਆ ਵੀ ਬਾਬ ਨੇ ਮੈਨੂੰ ਥੋੜੀ ਦੇਖਿਆ ਇਸ ਹਾਲਤ ਦੇ ਵਿੱਚ, ਉਹ ਮੈਨੂੰ ਕਿਵੇਂ ਪਿਆਰ ਕਰ ਸਕਦੀ ਹੈ ਹੁਣ. But Barb didn't give up writing to Malcolm. पर Barb हटी नहीं, वो चिट्ठियां लिखती रही. She wrote to Malcolm faithfully 5 to 7 letters in a week, even though he never responded. Barb ਜਿਹੜੀ ਹੈ ਇੱਕ ਹਫਤੇ ਵਿੱਚ 5 ਤੋਂ 7 ਚਿੱਠੀਆਂ ਉਹਨੂੰ ਲਿਖਦੀ ਰਹੀ, ਹਾਲਾਂਕਿ ਉਹਨੂੰ ਕਦੇ ਵੀ ਕੋਈ ਜਵਾਬ ਨਹੀਂ ਆਉਂਦਾ ਸੀ. Barb did so because she loved Malcolm before as well as after the accident. ਉਹ ਇਸ ਕਰਕੇ ਕਰ ਰਹੀ ਸੀ ਕਿਉਂਕਿ ਹਾਦਸਾ ਹੋਣ ਤੋਂ ਪਹਿਲਾਂ ਵੀ ਤੇ ਬਾਅਦ ਵੀ ਉਹ ਪਿਆਰ ਕਰਦੀ ਸੀ ਉਸ ਬੰਦੇ ਨੂੰ. Scars don't change the person, she said. ਉਹ ਕਹਿੰਦੀ ਇਹ ਜਿਹੜੇ ਜ਼ਖਮ ਹੈਗੇ ਨੇ ਬੰਦੇ ਨੂੰ ਬਦਲਦੇ ਨਹੀਂ ਆ, ਇਹ ਸਿਰਫ ਬਾਹਰਲੀ ਚੀਜ਼ ਹੈਗੀ ਆ. She also sent her marriage proposal to Malcolm through a letter in January 1972. ਤੇ ਉਹਨੇ ਵਿਆਹ ਦਾ ਵੀ ਪ੍ਰਪੋਜ਼ਲ ਭੇਜਿਆ ਇੱਕ ਚਿੱਠੀ ਰਾਹੀਂ ਜਨਵਰੀ 1972 ਦੇ ਵਿੱਚ. In this letter, she pointed out that it was a leap year. ਤੇ ਮੈਂ ਇਹ ਕਹਾਣੀ ਪਹਿਲਾਂ ਦੱਸ ਚੁੱਕੀ ਹਾਂ. ਚਿੱਠੀ ਵਿੱਚ ਉਹਨੇ ਦੱਸਿਆ ਵੀ ਇਹ leap year ਹੈਗਾ, meaning that Malcolm must accept her proposal of marriage if he was not already engaged. ਇੱਕ ਪੁਰਾਣੀ ਕਹਾਵਤ ਕਹੀ ਜਾਂਦੀ ਸੀ ਉਸ ਟਾਈਮ ਦੇ ਵਿੱਚ ਉੱਥੇ ਵੀ, ਜੇ ਲੀਪ ਈਅਰ ਦੇ ਵਿੱਚ ਕੁੜੀ ਤੁਹਾਨੂੰ ਪ੍ਰਪੋਜ਼ ਕਰ ਰਹੀ ਹੈ ਤੇ ਮੁੰਡਾ ਜੇ ਇੰਗੇਜ ਨਹੀਂ ਹੈ, ਵਿਆਹਿਆ ਹੋਇਆ ਨਹੀਂ ਹੈ, ਕਮਿਟਡ ਨਹੀਂ ਹੈ, ਤਾਂ ਉਹਨੂੰ ਮੈਰਿਜ ਪ੍ਰਪੋਜ਼ਲ ਐਕਸੈਪਟ ਕਰਨਾ ਪਏਗਾ. आगे, describe in brief Bob and Malcolm's meeting in the hospital. ਵੀ ਜਦੋਂ ਮੀਟਿੰਗ ਹੋਈ ਉਹਨਾਂ ਦੀ ਹਸਪੀਟਲ ਦੇ ਵਿੱਚ, ਉਹਨੂੰ ਡਿਸਕ੍ਰਾਈਬ ਕਰੋ. ਦੇਖੋ, Malcolm had stopped responding to Bob's letter. Malcolm ਨੇ ਜਵਾਬ ਦੇਣਾ ਬੰਦ ਕਰਤਾ ਸੀ ਉਹਦੀ ਚਿੱਠੀਆਂ ਦਾ ਜਦ ਉਹਨੂੰ ਪਤਾ ਲੱਗਿਆ ਮੈਂ ਕਿਹੋ ਜਿਹਾ ਲੱਗ ਰਿਹਾ. He thought that nobody could love a man with such an ugly face. ਉਹਨੂੰ ਲੱਗਿਆ ਇਹ ਜਿਹੇ ਚਿਹਰੇ ਦੇ ਨਾਲ ਕੌਣ ਮੈਨੂੰ ਪਿਆਰ ਕਰੇਗਾ. He refused to meet even his parents and close friends. ਉਹਨੇ ਕਿਹਾ ਵੀ ਮੈਨੂੰ ਕੋਈ ਮਿਲਣ ਨਾ ਆਏ, ਨਾ ਮੇਰੇ ਪਰਿਵਾਰ ਵਾਲੇ, ਨਾ ਮੇਰੇ ਦੋਸਤ. But one fine morning, Malcolm was filled with surprise when he saw Bob walking into the hospital room. ਇੱਕ ਦਿਨ ਸਵੇਰੇ ਸਵੇਰੇ ਜਦ ਉਹਨੇ ਦੇਖਿਆ ਵੀ ਬਾਬ ਜਿਹੜੀ ਕੁੜੀ ਉਹ ਹਸਪੀਟਲ ਦੇ ਕਮਰੇ ਵਿੱਚ ਆ ਰਹੀ, ਉਹ ਬਿਲਕੁਲ ਸਰਪ੍ਰਾਈਜ਼ ਹੋ ਗਿਆ, ਉਹਨੇ ਉਮੀਦ ਹੀ ਨਹੀਂ ਸੀ. She had reached there after a long journey of 1250 kilometers. ਇੰਨਾ ਲੰਬਾ ਰਸਤਾ ਤੈਅ ਕਰਕੇ ਉਹਨੂੰ ਮਿਲਣ ਆਈ ਸੀ. She came there to cheer up Malcolm. ਤੇ ਉਹਦਾ ਹੌਸਲਾ ਅਫਜ਼ਾਈ ਕਰਨ ਆਈ ਸੀ ਉੱਥੇ. The two sat together and talked for a long time. ਦੋਵੇਂ ਇਕੱਠੇ ਬੈਠੇ ਤੇ ਲੰਬੇ ਸਮੇਂ ਲਈ ਉੱਥੇ ਗੱਲਬਾਤ ਕਰਦੇ ਰਹੇ ਆਪਸ ਦੇ ਵਿੱਚ. Malcolm was stubbornly aloof. ਦੇਖੋ, ਮੈਲਕਮ ਕੱਲਾ ਹੀ ਸੀ, stubborn ਸੀ ਨਾ, ਮੈਨੂੰ ਕੋਈ ਮਿਲੇ ਨਾ. But Bob's presence forced him to think of the good past days he had spent in her company. ਪਰ ਬਾਬ ਨੇ ਉਹਨੂੰ ਰਿਅਲਾਈਜ਼ ਕਰਾਇਆ ਕਿ ਨਹੀਂ ਦੇਖ, ਆਪਾਂ ਵਧੀਆ ਦਿਨ ਵੀ ਤਾਂ ਬਤਾਏ ਨੇ ਇਕੱਠੇ, ਵੀ ਹੁਣ ਔਖਾ ਟਾਈਮ ਆ ਗਿਆ, ਫੇਰ ਕੀ ਹੋ ਗਿਆ. However, he could not decide whether Bob still loved him or not. But ਅਜੇ ਉਹ ਇਹ ਨਹੀਂ ਡਿਸਾਈਡ ਕਰ ਪਾ ਰਿਹਾ ਸੀ ਵੀ ਉਹ ਪਿਆਰ ਸੱਚੀ ਕਰਦੀ ਹੋਏਗੀ ਮੈਨੂੰ ਜਾਂ ਨਹੀਂ. What awards were given to Malcolm for his bravery? ਉਹਦੀ ਹਿੰਮਤ ਦੇ ਲਈ ਉਹਨੂੰ ਕਿਹੜੇ-ਕਿਹੜੇ ਸਨਮਾਨਾਂ ਦੇ ਨਾਲ ਨਿਵਾਜਿਆ ਗਿਆ ਮੈਲਕਮ ਨੂੰ. Malcolm had put his own life in danger to save Bob from the grizzly. ਬਾਬ ਨੂੰ ਬਚਾਉਣ ਲਈ ਉਹਨੇ ਆਪਣੀ ਜਾਨ ਨੂੰ ਖਤਰੇ ਵਿੱਚ ਪਾਇਆ ਸੀ ਮੈਲਕਮ ਨੇ. Malcolm was awarded many medals for his rare courage, bravery and sense of sacrifice. ਆਪਣੀ ਦਲੇਰੀ, ਹਿੰਮਤ, ਉਹਦੇ ਲਈ ਉਹਨੂੰ ਬਹੁਤ ਸਾਰੇ ਸਨਮਾਨ ਦਿੱਤੇ ਗਏ. The Royal Humane Society London awarded him the Stanhope Gold Medal for performing the bravest deed in the entire Commonwealth. ਤੇ ਉਹਨੂੰ Commonwealth Group of Nations ਹੈਗੇ ਨੇ, ਉਹਨਾਂ ਵਿੱਚੋਂ ਮਤਲਬ ਬਹੁਤ ਦਲੇਰੀ ਵਾਲਾ ਕੰਮ ਕਰਨ ਦੇ ਲਈ ਉਹਨੂੰ ਨਿਵਾਜਿਆ ਗਿਆ, ਸਨਮਾਨਿਤ ਕੀਤਾ ਗਿਆ.
फिर he received the gold medal for bravery from the Royal Canadian Humane Association. Gold medal इस association तो भी मिलिया. Malcolm was honored with the Carnage Medal for the heroism that he had shown in his encounter with Grizzly. ये वाला medal भी दिता गया. And in saving the life of his beloved, अपने प्यार दी जिंदगी बचाने दे लिए दिता गया. He received this medal from the Carnage Hero फंड कमीशन. इस फंड कमीशन तो ये वाला मेडल देके उन्होंने सम्मानिया गया. ठीक है जी, अगे चलते हैं. राइट अ पैराग्राफ ऑन ट्रू लव नोज नो बैरियर. भी सच्चे प्यार दे विच कोई सरहदां नहीं हुंदियां, कोई रोक नहीं सकता. ट्रू लव इज द मोस्ट, या आप कह सकते इज द नोबलेस्ट फीलिंग ऑफ हार्ट. मतलब जे तुसी किसी नू सच्चा प्यार करदे हो ना, मतलब ਉਹ ਫੀਲਿੰਗ ਉਹੀ ਬੰਦੇ ਸਮਝ ਸਕਦੇ ਨੇ. ਆਪਾਂ ਕਹਿ ਸਕਦੇ ਸਭ ਤੋਂ ਉੱਤਮ ਭਾਵਨਾ ਹੈਗੀ ਹੈ, ਵਧੀਆ ਭਾਵਨਾ ਹੈਗੀ ਆ. ਇਟ ਇਜ਼ ਟਰੂ ਲਵ ਦੈਟ ਲਾਸਟ ਫੋਰਐਵਰ. ਇਹ ਸੱਚਾ ਪਿਆਰ ਹੀ ਹੈਗਾ ਜੋ ਸਦਾ ਲਈ ਰਹਿੰਦਾ ਹੈ. ਦ ਪਾਥ ਆਫ ਲਵ ਇਜ਼ ਨਾਟ ਸਮੂਥ. ਪਿਆਰ ਦਾ ਰਸਤਾ ਦੇਖੋ ਸੌਖਾ ਨਹੀਂ ਹੈ. ਸੱਸੀ ਪੁੰਨੂ, ਹੀਰ ਰਾਂਝਾ, ਤੁਸੀਂ ਕਹਾਣੀਆਂ ਸੁਣੀਆਂ ਹੋਣੀਆਂ. ਦ ਲਵਰਸ ਹੈਵ ਟੂ ਫੇਸ ਮੈਨੀ ਹਾਰਡਸ਼ਿਪ. ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਪਿਆਰ ਕਰਦੇ ਨੇ. ਸਮਟਾਈਮਸ ਦ ਸਿਚੁਏਸ਼ਨਸ ਬਿਕਮ ਸੋ ਵੀਅਰਡ ਦੈਟ ਦ फीवर ऑफ लव सीम्स टू कूल डाउन. कई बार अजिही स्थिति आ जाती है, वो प्यार का जो भूत होंगे ना, बुखार होंगे, कहते कई बार उतर भी जाता है जे सच्चा ना होए. बट इट्स नॉट सो. जो ट्रू प्यार है, ट्रू लव इज नॉट बेस्ड ऑन कंडीशंस. वो शर्तां ते नहीं बेस्ड होंदा. इट डजंट चेंज विद द सिचुएशन. जिवें सिचुएशन चेंज होंदी है, प्यार नहीं चेंज होंदा. इट ऑलवेज रिमेन्स द सेम. हमेशा जो भी स्थिति होए, वो सेम ही रहता. The story No Time for Fear also shows the beloved's unswerving love for her lover. Unswerving कहने का मतलब जो change नहीं होंदा, कमजोर नहीं होंदा. या तुसी इनू कह सकते हो firm, ठीक है, या तुसी कह सकते हो committed. ਜਿਹੜਾ ਪਿਆਰ ਸੀ ਉਹਦੇ beloved ਦੇ ਲਈ, ਉਹ ਘਟ ਨਹੀਂ ਹੋਇਆ ਇੰਨੀ ਚੋਟ ਲੱਗਣ ਤੋਂ ਬਾਅਦ ਵੀ, ਹੈ ਨਾ. She doesn't turn away from him when he becomes very ugly after the encounter with the grizzly. ਉਹਦੇ ਤੋਂ ਪਿੱਛਾ ਨਹੀਂ ਛੁਡਾਉਂਦੀ ਜਦੋਂ ਬਦਸੂਰਤ ਹੋ ਜਾਂਦਾ ਜਾਂ ਸੋਹਣਾ ਨਹੀਂ ਲੱਗਦਾ ਜਦੋਂ ਉਹਦੇ ਤੇ ਬੀਅਰ ਹਮਲਾ ਕਰਦੀ ਹੈ. She marries him because she loves him the same as she loved him before the accident. ਉਹਨੂੰ ਅਜੇ ਵੀ ਉਹਨਾਂ ਪਿਆਰ ਕਰਦੀ ਹੈ ਜਿੰਨਾ ਉਹਨੂੰ ਹਾਦਸਾ ਹੋਣ ਤੋਂ ਪਹਿਲਾਂ ਕਰਦੀ ਸੀ. It's truly said that true love knows no barrier. ਵੀ ਜੇ ਸੱਚਾ ਪਿਆਰ ਹੈਗਾ ਤਾਂ ਕੋਈ ਰੁਕਾਵਟ ਨਹੀਂ ਆ ਸਕਦੀ ਉਹਨੂੰ ਰੋਕਣ ਦੇ ਲਈ. Write a note on Malcolm's encounter with the grizzly. ਇਹ ਆਪਾਂ ਪਹਿਲਾਂ ਵੀ ਪੜਿਆ ਸੀ, ਪਰ ਮੈਂ ਫੇਰ ਦੱਸ ਦਿੰਦੀ ਹਾਂ ਵੀ ਮੈਲਕਮ ਦਾ ਜਿਹੜਾ ਸਾਹਮਣਾ ਹੋਇਆ ਸੀ ਬੀਅਰ ਦੇ ਨਾਲ, ਉਹਦੇ ਤੇ ਨੋਟ ਲਿਖਣਾ ਹੈ. Malcolm and Bob were coming back after their trip to Ballu Pass. मतलब वो दोनों वापस आ रही सी. Suddenly a fierce grizzly came over a ridge and attacked Malcolm. ਤੇ ਅਚਾਨਕ ਦੇ ਨਹੀਂ, ਉਹ ਜਿਹੜੀ ਬੀਅਰ ਸੀਗੀ, ਕਿਉਂਕਿ ਉਹਨਾਂ ਨੂੰ ਬੱਚੇ ਦਿਖ ਗਏ ਸੀ, ਤਾਂ ਜਿਹੜੀ ਫੀਮੇਲ ਬੀਅਰ ਸੀ ਉਹ ਇੱਕਦਮ ਉਹਨਾਂ ਸਾਹਮਣੇ ਆ ਗਈ. ਹੁਣ ਰਿਜ ਕੀ ਹੁੰਦਾ ਹੈ? ਇੱਕ ਤਰੀਕੇ ਦੇ ਨਾਲ ਪਹਾੜਾਂ ਦੇ ਵਿੱਚ ਇੱਕ ਛੋਟਾ ਜਿਹਾ ਰਸਤਾ ਜਿਹਨੂੰ ਆਪਾਂ ਕਹਿ ਸਕਦੇ ਹਾਂ, ਜੋ ਪਹਾੜਾਂ ਦੇ ਉੱਤੇ ਦਿਖਾਈ ਦਿੰਦਾ ਹੈ, ਉੱਥੋਂ ਇੱਕਦਮ ਸਾਹਮਣੇ ਆ ਗਈ ਸੀ ਉਹਨਾਂ ਦੇ. she bear ਕਹਿਣ ਦਾ ਮਤਲਬ ਫੀਮੇਲ ਬੀਅਰ ਸੀ. she with one swat of her paw she threw off Malcolm. ਉਹਨੇ ਕੀ ਕੀਤਾ? ਆਪਣੇ ਪੰਜਿਆਂ ਦੇ ਇੱਕ ਸਵਾਟ ਦੇ ਨਾਲ, ਕਹਿਣ ਦਾ ਮਤਲਬ ਇੱਕ ਹਮਲੇ ਦੇ ਨਾਲ ਉਹਨੇ ਮੈਲਕਮ ਨੂੰ ਪਰੇ ਜਾ ਕੇ ਸਿੱਟ ਦਿੱਤਾ. He went blank for a moment. ਤੇ ਇੱਕ ਮੋਮੈਂਟ ਦੇ ਲਈ, ਕੁਝ ਸਮੇਂ ਦੇ ਲਈ ਉਹ ਬਿਲਕੁਲ ਬਲੈਂਕ ਆਊਟ ਨਹੀਂ ਹੋ ਜਾਂਦਾ, ਵੀ ਪਤਾ ਹੀ ਨਹੀਂ ਲੱਗਦਾ ਕੀ ਕਰਨਾ. When he raised his head, ਤੇ ਜਦੋਂ ਉਹਨੂੰ ਹੋਸ਼ ਆਇਆ, he saw Bob lying face down. ਉਹਨੇ ਦੇਖਿਆ ਵੀ ਜਿਹੜੀ ਕੁੜੀ ਹੈਗੀ ਉਹਦਾ ਮੂੰਹ ਨੀਚੇ ਨੂੰ ਹੈਗਾ, ਠੀਕ ਹੈ, ਇਦਾਂ ਕਰਕੇ ਉਹ ਲੇਟੀ ਹੋਈ ਹੈ ਜਿਹੜੀ ਕੁੜੀ ਹੈਗੀ ਹੈ ਇਸ ਤਰੀਕੇ ਨਾਲ. The grizzly was gnawing at her neck. ਤੇ ਜਿਹੜੀ ਬੀਅਰ ਸੀ ਉਹ ਉਹਦੀ ਲੱਤਾਂ ਤੇ ਖੜੇ ਹੋ ਕੇ ਉਹਦੀ ਨੈਕ ਤੇ ਹੱਡੀਆਂ ਤੱਕ ਉਹਨੂੰ ਵੱਢ ਰਹੀ ਸੀ, ਠੀਕ ਹੈ. ਮੈਲਕਮ at once realized that there was no time for fear. ਉਹਨੂੰ ਇਹ ਇੱਕਦਮ ਮਹਿਸੂਸ ਹੋਇਆ ਵੀ ਹੁਣ ਤਾਂ ਡਰਨ ਲਈ ਟਾਈਮ ਹੀ ਨਹੀਂ ਹੈ. He took out his hunting knife and plunged it into Grizzly's neck. ਉਹ ਫਟਾਫਟ ਉੱਠਿਆ ਤੇ ਉਹਦੇ ਕੋਲ ਜਿਹੜਾ ਛੁਰਾ ਸੀ ਉਹਨੇ ਚੱਕ ਕੇ ਗ੍ਰਿਜ਼ਲੀ ਦੀ ਗਰਦਨ ਦੇ ਵਿੱਚ ਖੋਪਤਾ. The grizzly at once turned and caught Malcolm in her paws. ਤੇ ਗ੍ਰਿਜ਼ਲੀ ਇੱਕਦਮ ਇੱਥੋਂ ਝਪਟੀ ਪਿੱਛੇ ਨੂੰ ਮੁੜੀ, ਉਹਨੇ ਇਹਨੂੰ ਆਪਣੇ ਪੰਜਿਆਂ ਦੇ ਵਿੱਚ ਦਬਾ ਲਿਆ ਮੁੰਡੇ ਨੂੰ. He was badly mauled. ਉਹਨੂੰ ਬਹੁਤ ਬੁਰੇ ਤਰੀਕੇ ਨਾਲ ਅਟੈਕ ਕੀਤਾ. His right wrist was broken. ਜਿਹੜੀ ਸੱਜੀ ਜਿਹੜੀ ਰਿਸਟ ਸੀ ਉਹ ਟੁੱਟ ਗਈ ਉਹਦੀ.
One of his eye was also torn off, ਅੱਖ ਨੂੰ ਵੀ ਸੱਟ ਲੱਗੀ। The skin on one side of his face was ripped loose, ਸ਼ਕਲ ਦੀ ਜਾਂ face ਦੀ ਇੱਕ ਸਾਈਡ ਜਿਹੜੀ ਸੀ ਉਹ ਬਿਲਕੁਲ ਪਾਟ ਗਈ ਸੀ। his hair and part of the skull were gone, मतलब बाल भी उड़ चुके सी, इन्नी जोर दे दबाया ते ऊपर दी skull कुछ हिस्सा उतर गया सी, जिवें विग उतरता ना एकदम सारा उतर गया, इन्नी जोर दी उन्हें दबाया। Now Malcolm stopped struggling, ਹੁਣ ਉਹਦੀ ਜਾਨ ਹੀ ਨਿਕਲ ਗਈ ਸੀ ਨਾ ਇੱਕ ਤਰੀਕੇ ਨਾਲ, ਤੇ ਉਹਨੇ ਹਿੰਮਤ ਹਾਰ ਲਈ ਸੀ, ਤੇ ਹੁਣ ਉਹ ਸਟਰਗਲ ਨਹੀਂ ਕਰ ਰਿਹਾ ਸੀ। The grizzly took him for dead, ਤੇ ਗ੍ਰਿਜ਼ਲੀ ਨੂੰ ਲੱਗਿਆ ਵੀ ਉਹ ਮਰ ਚੁੱਕਿਆ ਹੈ। She left him and went away, ਤੇ ਉਹ ਉਹਨੂੰ ਉੱਥੇ ਹੀ ਛੱਡ ਕੇ ਅੱਗੇ ਚਲੀ ਗਈ। ਅੱਗੇ ਵੋਕੈਬੂਲਰੀ ਹੈਗੀ ਹੈ ਤੇ ਗ੍ਰਾਮਰ ਦੀ ਗੱਲ ਕੀਤੀ ਗਈ ਹੈ। ਇੱਥੇ ਵਰਡਸ ਦਿੱਤੇ ਗਏ ਨੇ ਸਾਨੂੰ, ਅਸੀਂ ਸੈਂਟੈਂਸਸ ਦੇ ਵਿੱਚ ਇਹ ਵਰਡਸ ਜਿਹੜੇ ਨੇ ਆ ਦਿੱਤੇ ਹੋਏ ਨੇ, ਇਹਨਾਂ ਨੂੰ ਯੂਜ਼ ਕਰਨਾ ਹੈ। ਤਾਂ ਚਲੋ ਸਭ ਤੋਂ ਪਹਿਲਾ ਸੈਂਟੈਂਸ ਹੈ she grabbed the opportunity as soon as it came to her, ਜਿਵੇਂ ਹੀ ਉਹ opportunity ਉਹਦੇ ਕੋਲ ਆਈ ਉਹਨੇ ਉਹ ਫੜ ਲਈ, ਮਤਲਬ ਉਹਨੂੰ ਜਾਣ ਨਹੀਂ ਦਿੱਤਾ। When he threw a stone at me, I ducked a little and saved my head, ਕਹਿਣ ਦਾ ਮਤਲਬ ਮੈਂ ਨੀਚੇ ਨੂੰ ਝੁਕਿਆ ਜਦ ਉਹਨੇ ਪੱਥਰ ਮਾਰਿਆ ਤੇ ਆਪਣਾ ਸਿਰ ਬਚਾ ਲਿਆ। We saw water gurgling, gurgling ਦਾ ਮਤਲਬ ਹੁੰਦਾ ਜਿਵੇਂ ਪਾਣੀ ਛੋਟੀ ਜੀ ਜਗ੍ਹਾ ਤੋਂ ਜਦ ਨਿਕਲਦਾ ਤਾਂ ਜੋ ਆਵਾਜ਼ ਕਰਦਾ ਉਹਨੂੰ ਗਰਗਲਿੰਗ ਕਹਿੰਦੇ ਆ, ਜਿਵੇਂ ਪਹਾੜੀ ਤੋਂ ਨੀਚੇ ਆ ਰਿਹਾ ਸੀ ਉਹਦੀ ਆਵਾਜ਼ ਆ ਰਹੀ ਸੀ। The patient had to be given a light sedation to relieve him of the pain, ਮਤਲਬ ਜਿਹੜਾ ਪੇਸ਼ੈਂਟ ਸੀ ਉਹਨੂੰ ਥੋੜੀ ਜੀ ਦਵਾਈ ਦੇਣ ਦੀ ਜ਼ਰੂਰਤ ਸੀ, ਇੱਕ ਤਰੀਕੇ ਨਾਲ ਬੇਹੋਸ਼ੀ ਦੀ ਦਵਾਈ ਜਿਹਨੂੰ ਆਪਾਂ ਕਹਿੰਦੇ ਆ, ਤਾਂ ਕਿ ਉਹਦਾ ਦਰਦ ਜਿਹੜਾ ਉਹ ਜਾ ਸਕੇ। After having lost the case, we returned home in a mood of despondency, ਕਹਿਣ ਦਾ ਮਤਲਬ ਨਿਰਾਸ਼ ਜਿਵੇਂ ਹੋ ਜਾਂਦੇ ਆ ਜਦ ਆਪਾਂ ਕੇਸ ਹਾਰ ਗਏ ਸੀ, ਘਰ ਬੜੇ ਨਿਰਾਸ਼ ਹੋ ਕੇ ਵਾਪਸ ਆਏ। It will be a great personal obligation if you help me in this hour of need, ਵੀ ਇਹ ਤੁਸੀਂ ਮੇਰੇ ਉੱਤੇ ਬਹੁਤ ਵੱਡਾ ਇੱਕ ਅਹਿਸਾਨ ਕਰੋਗੇ ਜੇ ਇਸ ਲੋੜ ਦੀ ਘੜੀ ਵਿੱਚ ਮੇਰੀ ਮਦਦ ਕਰੋਗੇ। With a heart throbbing hard, I entered the interview room to find that it was not so difficult an affair, मतलब बहुत ज़्यादा ਆਪਾਂ ਕਹਿ ਸਕਦੇ ਹਾਂ ਦਿਲ ਧੜਕ ਰਿਹਾ ਸੀ। ਮੈਂ ਇੰਟਰਵਿਊ ਕਮਰੇ ਦੇ ਵਿੱਚ ਜਦ ਗਈ ਪਰ ਬਾਅਦ ਚ ਰਿਅਲਾਈਜ਼ ਕੀਤਾ ਵੀ ਇੰਨਾ ਔਖਾ ਕੰਮ ਵੀ ਨਹੀਂ ਸੀ। The brave soldier ripped into the enemy defense and blew up their camp, ਜਿਹੜਾ ਸਿਪਾਹੀ ਸੀ ਉਹ ਐਨੀਮੀ ਦੇ ਜਾਂ ਦੁਸ਼ਮਣ ਦੇ ਕੈਂਪ ਦੇ ਵਿੱਚ ਗਿਆ ਤੇ ਆਪਣਾ ਬਚਾਅ ਕਰਦੇ ਹੋਏ ਉਹਨਾਂ ਨੂੰ ਉਡਾ ਦਿੱਤਾ ਕੈਂਪ ਨੂੰ। I was badly nauseated at the sight of blood and violence around me. Nauseated ਦਾ ਮਤਲਬ ਇਹ ਹੈ ਜਦ ਤੁਸੀਂ ਬਹੁਤ ਜ਼ਿਆਦਾ ਜਿਵੇਂ violence ਦੇਖ ਲੈਂਦੇ ਹੋ, ਲੜਾਈ ਦੇਖ ਲੈਂਦੇ ਹੋ, ਬਲੱਡ ਦੇਖ ਲੈਂਦੇ ਹੋ, ਤਾਂ ਕਈ ਵਾਰ ਤੁਸੀਂ ਆਪਣੇ ਆਪ ਨੂੰ ਬਿਮਾਰ ਮਹਿਸੂਸ ਕਰਦੇ ਹੋ ਨਾ, ਵੀ ਤੁਹਾਨੂੰ ਵਧੀਆ ਨਹੀਂ ਲੱਗਦਾ, ਉਹੀ ਹੋਇਆ ਸੀ। ਅੱਗੇ ਹੈਗਾ form nouns from, ਇੱਥੇ ਕੁਝ words ਦਿੱਤੇ ਗਏ ਨੇ ਤੇ ਇਹਨਾਂ ਤੋਂ ਤੁਸੀਂ ਨਾਊਨ ਬਣਾਣੇ ਇੱਕ ਤਰੀਕੇ ਨਾਲ। ਮੈਂ ਦੱਸ ਦਿੰਦੀ ਹਾਂ ਕਿਹੜੇ ਕਿਹੜੇ ਵਰਡ ਦਿੱਤੇ ਗਏ ਨੇ। ਇਮੋਰਟਲ ਦਾ ਬਣ ਜਾਏਗਾ ਮੋਰਟੈਲਿਟੀ, ਇਮੋਰਟਲ ਹੁੰਦਾ ਜੋ ਕਦੇ ਵੀ ਮਰਦਾ ਨਹੀਂ ਹੈ। ਸਟੋਰ ਦਾ ਸਟੋਰੇਜ। ਐਕੁਐਂਟ ਦਾ ਮਤਲਬ ਐਕੁਐਂਟੈਂਸ ਬਣ ਜਾਏਗਾ, ਐਕੁਐਂਟ ਦਾ ਮਤਲਬ ਜਾਣੋ, ਠੀਕ ਹੈ। ਐਕੁਐਂਟੈਂਸ ਜਾਣ ਪਛਾਣ ਵਾਲਾ ਜਾਂ ਜਾਣ ਪਛਾਣ। ਐਕਸਪੈਂਡ ਫੈਲਾਓ। ਐਕਸਪੈਂਸ਼ਨ ਇੱਕ ਤਰੀਕੇ ਨਾਲ ਨਾउन ਬਣ ਗਿਆ। ਸੇਫ ਦਾ ਬਣ ਜਾਏਗਾ ਸੇਫਟੀ, ਸੁਰੱਖਿਆ। ਫॉर्म verbs from, ਹੁਣ ਇਹਨਾਂ ਸ਼ਬਦਾਂ ਤੋਂ verbs ਬਣਾਉਣੇ ਨੇ। ਪਹਿਲਾ ਹੈਗਾ ਕੰਜ਼ਰਵੇਸ਼ਨ, ਸੰਭਾਲ, ਕੰਜ਼ਰਵ। ਪ੍ਰੋਟੈਕਸ਼ਨ, ਸੁਰੱਖਿਆ, ਇਹਦਾ ਬਣ ਜਾਏਗਾ ਪ੍ਰੋਟੈਕਟ। ਲਾਈਫ, ਜੀਵਨ, ਇਹਦਾ ਆ ਜਾਏਗਾ ਲਿਵ, verb ਹੈ। ਡਿਸਕ੍ਰਿਪਸ਼ਨ, ਵਰਣਨ ਦੇਣਾ, ਡਿਸਕ੍ਰਾਈਬ ਕਰਨਾ। ਅਟੈਂਸ਼ਨ ਦਾ, ਧਿਆਨ ਦੇਣ ਦਾ, ਅਟੈਂਡ ਕਰਨਾ। ਐਡਜੈਕਟਿਵਸ ਬਣਾਉਣੇ ਨੇ। ਹੁਣ ਇਹ ਕੀ ਹੁੰਦੇ ਨੇ ਮੈਂ ਪਹਿਲਾਂ ਵੀ ਦੱਸਿਆ ਹੋਇਆ, ਮੈਨੂੰ ਕਮੈਂਟ ਸੈਕਸ਼ਨ 'ਚ ਵੀ ਦੱਸਿਓ ਐਡਜੈਕਟਿਵਸ ਕੀ ਹੁੰਦੇ ਨੇ ਜੇ ਤੁਸੀਂ ਪਿਛਲੀ ਵੀਡੀਓਜ਼ ਦੇਖੀਆਂ। ਪਲੈਂਟੀ ਦਾ ਮਤਲਬ ਕਾਫੀ, ਇਹ ਬਣ ਜਾਏਗਾ ਪਲੈਂਟੀਫੁਲ। ਸੌਲਟ ਦਾ ਬਣ ਜਾਏਗਾ ਸੌਲਟੀ। ਇਮੈਜਿਨ, ਕਲਪਨਾ ਕਰਨੀ, ਇਹਦਾ ਇਮੈਜਿਨਰੀ। ਮਾਰਜਿਨ, ਥੋੜਾ ਜਿਹਾ ਜਿਹਨੂੰ ਆਪਾਂ ਕਹਿੰਦੇ ਆ ਮਾਰਜਨਲ। ਵਾਇਲੈਂਸ, ਹਿੰਸਾ, ਇਹ ਬਣ ਜਾਏਗਾ ਵਾਇਲੈਂਟ। ਅੱਗੇ ਇੱਥੇ ਸੂਟੇਬਲ ਡਿਟਰਮੀਨਰਸ ਯੂਜ਼ ਕਰਨੇ। ਡਿਟਰਮੀਨਰਸ ਨਾ ਅਲੱਗ-ਅਲੱਗ ਟਾਈਪ ਦੇ ਹੁੰਦੇ ਨੇ। ਹੁਣ ਡਿਟਰਮੀਨਰਸ ਦੇ ਵਿੱਚ ਕੀ ਆ ਜਾਂਦਾ ਹੈ ਉਹ ਮੈਂ ਤੁਹਾਨੂੰ ਸਿੰਪਲ ਸ਼ਬਦਾਂ ਦੇ ਵਿੱਚ ਦੱਸ ਦਿੰਦੀ ਹਾਂ। ਇੱਕ ਤਾਂ ਡਿਟਰਮੀਨਰਸ ਦੇ ਵਿੱਚ a and the ਆ ਜਾਂਦਾ ਹੈ। ਡਿਟਰਮੀਨਰਸ ਦੇ ਵਿੱਚ this, these, that, those, ਇਹ ਸਭ ਕੁਝ ਆ ਜਾਂਦਾ ਹੈ, ਠੀਕ ਹੈ। ਇਸ ਤੋਂ ਇਲਾਵਾ ਉਹਦੇ ਵਿੱਚ ਆ ਜਾਂਦਾ ਹੈ ਪੋਜੈਸਿਵ, ਜਿਵੇਂ my, your ਹੋ ਗਿਆ, his ਹੋ ਗਿਆ, देयर हो गया, ये सब कुछ आ जाता है।
ਉਸ ਤੋਂ ਇਲਾਵਾ ਡਿਟਰਮੀਨਰਸ ਦੇ ਵਿੱਚ ਆ ਜਾਂਦਾ ਹੈ few, some, ਕੋਈ ਨੰਬਰ ਹੋ ਗਿਆ, first, second, ਇਹ ਸਾਰੇ ਡਿਟਰਮੀਨਰਸ ਹੈਗੇ ਨੇ, ਠੀਕ ਹੈ। 1 2 ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ, ਮੈਂ ਤੁਹਾਨੂੰ ਵੀਡੀਓ ਬਣਾ ਕੇ ਦੇਵਾਂਗੀ ਡਿਟਰਮੀਨਰਸ ਤੇ, ਜੇ ਤੁਸੀਂ ਚਾਹੁੰਦੇ ਹੋ। ਹੁਣ ਇੱਥੇ ਡਿਟਰਮੀਨਰਸ ਪੜ੍ਹਨੇ ਨੇ। that one incident started a rejection period lasting weeks, ਉਹ ਵਾਲਾ ਜਿਹੜਾ ਇਨਸੀਡੈਂਟ ਸੀ ਉਹਦੇ ਕਰਕੇ ਕਾਫੀ ਰਿਜੈਕਸ਼ਨ ਮਿਲੀ ਪਿਛਲੇ ਕਾਫੀ ਵੀਕਸ ਦੇ ਵਿੱਚ। our team won the match, team match ਜਿੱਤ ਗਈ, the match ਖਾਸ ਮੈਚ। I am the person that you loved last summer, ਉਹੀ ਇਨਸਾਨ ਜਿਹਦੀ ਪਹਿਲਾਂ ਗੱਲ ਕੀਤੀ ਸੀ, ਜਿਹਨੂੰ ਤੁਸੀਂ ਪਿਛਲੀ ਗਰਮੀਆਂ ਵਿੱਚ ਪਿਆਰ ਕਰਦੇ ਸੀ। How could anyone love a freak? ਕੋਈ ਏਦਾਂ ਫਰੀਕ ਨੂੰ, ਅਜੀਬ ਇਨਸਾਨ ਨੂੰ ਕਿਵੇਂ ਪਿਆਰ ਕਰ ਸਕਦਾ ਹੈ? Malcolm could not answer her proposal, ਮੈਲਕਮ ਉਹਦੇ ਪ੍ਰਪੋਜ਼ਲ ਨੂੰ ਆਨਸਰ ਨਹੀਂ ਕਰ ਸਕਿਆ ਸੀ। ਅੱਗੇ suitable models ਦੇ ਨਾਲ ਪੜ੍ਹਨਾ ਹੈ ਇੱਥੇ ਜਿਹੜੇ ਸੈਂਟੈਂਸਸ ਹੈਗੇ ਨੇ। ਹੁਣ ਮੋਡਲਸ ਕੀ ਹੁੰਦੇ ਨੇ ਇਹ ਵੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਦੇਖੋ ਮੋਡਲਸ ਜਿਹੜੇ ਨੇ ਮੈਂ ਪਹਿਲਾਂ ਵੀ ਦੱਸਿਆ ਸੀ, ਉਹ ਯੂਜ਼ ਕੀਤੇ ਜਾਂਦੇ ਨੇ ਅਲੱਗ-ਅਲੱਗ ਤਰੀਕੇ ਦੇ ਵਿੱਚ। ਜਿਵੇਂ ਤੁਸੀਂ ਇਹ ਕਹਿ ਸਕਦੇ ਹੋ ਵੀ ਮੋਡਲਸ ਆਪਾਂ ਯੂਜ਼ ਕਰਦੇ ਹਾਂ ਜਦ ਕੋਈ ਆਪਾਂ ਕਿਸੇ ਚੀਜ਼ ਬਾਰੇ ਕੋਈ ਪੋਸਿਬਿਲਿਟੀ ਦੱਸਣੀ ਹੋਏ, ਜਦ ਤੁਸੀਂ ਕਿਸੇ ਪਰਮਿਸ਼ਨ ਦੀ ਗੱਲ ਕਰਨੀ ਹੋਏ, ਠੀਕ ਹੈ, ਕਿਸੇ ਦੀ ਐਬਿਲਿਟੀ ਦੀ ਗੱਲ ਕਰਨੀ ਹੋਏ, ਤਾਂ ਆਪਾਂ ਇਹ ਮੋਡਲਸ ਦਾ ਯੂਜ਼ ਕਰਦੇ ਹਾਂ, ਜਿਹਦੇ ਵਿੱਚ ਸ਼ੈਲ, ਮੇ, ਕੈਨ, ਮਾਈਟ, ਵੁੱਡ, ought to, need, ਇਹ ਸਾਰੀ ਚੀਜ਼ਾਂ ਆ ਜਾਂਦੀਆਂ। it may rain tomorrow, may ਕਦ ਯੂਜ਼ ਕਰਦੇ ਹਾਂ ਵੀ ਤੁਸੀਂ ਸਪੋਜ਼ ਕਰ ਰਹੇ ਹੋ ਸ਼ਾਇਦ ਹੋ ਜਾਏ, ਹੈ ਨਾ। you can't have liberty without discipline, ਆਜ਼ਾਦੀ ਜਾਂ ਫਰੀडम ਨਹੀਂ ਹੋ ਸਕਦੀ ਅਨੁਸ਼ਾਸਨ ਤੋਂ ਬਿਨਾਂ। you would not dare to eat in public during Ramadan in Dubai, ਦੁਬਈ ਦੇ ਵਿੱਚ ਰਮਦਾਨ ਦੇ ਦੌਰਾਨ ਤੁਸੀਂ ਹਿੰਮਤ ਨਹੀਂ ਕਰ ਸਕਦੇ ਵੀ ਤੁਸੀਂ ਪਬਲਿਕ ਦੇ ਵਿੱਚ ਖਾ ਲਓ। tomorrow will be Sunday, ਕੱਲ ਸੰਡੇ ਆ, ਪੱਕਾ ਪਤਾ ਹੀ ਆ। he will be 30 next birthday, ਉਹ 30 ਦਾ ਹੋ ਜਾਏਗਾ next birthday, ਠੀਕ ਹੈ। ਅੱਗੇ do as directed, we must set things right before it is too late। ਹੁਣ ਇੱਥੇ to ਨੂੰ ਹਟਾ ਕੇ ਕਿਸੇ ਹੋਰ ਤਰੀਕੇ ਦੇ ਵਿੱਚ ਸੈਂਟੈਂਸ ਲਿਖਣਾ ਹੈ। ਮੈਂ ਲਿਖਿਆ we must set things right before it is so late that we can't mend them, ਵੀ ਇੰਨੀ ਦੇਰ ਹੋ ਜਾਏ ਵੀ ਉਹਨਾਂ ਨੂੰ ਠੀਕ ਨਾ ਕਰ ਸਕੀਏ, ਉਸ ਤੋਂ ਪਹਿਲਾਂ ਹੀ ਚੀਜ਼ਾਂ ਨੂੰ ਠੀਕ ਕਰ ਲਓ। water is too important a resource to be wasted, ਮਤਲਬ ਬਹੁਤ ਇੰਪੋਰਟੈਂਟ ਚੀਜ਼ ਹੈਗੀ ਹੈ ਜਿਹਨੂੰ ਵੇਸਟ ਨਹੀਂ ਕੀਤਾ ਜਾ ਸਕਦਾ। ਇਹਨੂੰ ਮੈਂ ਲਿਖਿਆ to ਨੂੰ ਹਟਾ ਕੇ water is so important a resource that it should not be wasted, ਬਰਬਾਦ ਨਹੀਂ ਕਰਨਾ ਚਾਹੀਦਾ। the atom bombs dropped on Hiroshima and Nagasaki were really very destructive, ਹੁਣ ਇੱਥੇ ਯੂਜ਼ ਕਰਨਾ to, ਤੇ ਇੱਥੇ ਆ ਜਾਏਗਾ ਵੈਰੀ ਦੀ ਥਾਂ ਤੇ ਆਪਾਂ ਲਿਖਾਂਗੇ ਜਿਹੜੇ ਬੰਬ ਗੇਰੇ ਗਏ ਸੀ, the atom bombs dropped on Hiroshima and Nagasaki were too destructive, ਬਹੁਤ ਜ਼ਿਆਦਾ। too much has been destroyed in the war, ਲੜਾਈ ਵਿੱਚ ਕਾਫੀ ਤਬਾਹੀ ਹੋ ਗਈ ਹੈ। to ਨੂੰ ਹਟਾਣਾ ਹੈ, ਇੱਥੇ ਆ ਜਾਏਗਾ so much has been destroyed in the war that it can never be recovered, ਇੰਨੀ ਤਬਾਹੀ ਹੋ ਗਈ ਵੀ ਅਜੇ ਉਹਦੀ ਰਿਕਵਰੀ ਕਰਨਾ ਬਹੁਤ ਔਖਾ ਹੈ ਜਾਂ ਕਦੇ ਨਹੀਂ ਰਿਕਵਰ ਹੋ ਸਕਦਾ, ਜਾਨਾਂ ਗਈਆਂ ਨੇ। Bob was too afraid to make a reply, to ਨੂੰ ਹਟਾਣਾ ਇੱਥੋਂ। Bob was so afraid that she could not make a reply, Bob ਇੰਨੀ ਡਰੀ ਹੋਈ ਸੀ ਕਿ ਉਹ ਰਿਪਲਾਈ ਨਹੀਂ ਕਰ ਸਕਦੀ ਸੀ, ਠੀਕ ਹੈ ਜੀ। ਤੇ ਇਹ ਸੀਗੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਇਸ ਚੈਪਟਰ ਦੇ ਕੁਐਸਚਨ ਆਨਸਰ ਤੁਹਾਨੂੰ ਸਮਝ ਆ ਗਏ ਹੋਣਗੇ। ਜੇ ਵੀਡੀਓ ਵਧੀਆ ਲੱਗੀ, ਗ੍ਰਾਮਰ ਦੇ ਵਿੱਚ ਹੋਰ ਹੈਲਪ ਚਾਹੀਦੀ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਫਿਰ ਮਿਲਾਂਗੇ, ਟਿਲ ਦੈਨ ਟੇਕ ਕੇਅਰ, ਬਾਏ ਬਾਏ।